ਜੈ ਮਸੀਹ ਦੀ। ਜੈ ਮਸੀਹ ਦੀ। ਹਾਲੇਲੂਇਆ। ਹਾਂ ਬ੍ਰਦਰ ਜੀ ਆਪਣਾ ਆਮੇਨ ਆਮੇਨ। ਦਿਲ ਖੁਸ਼ੀ ਨਾਲ ਭਰ ਜਾਂਦਾ ਹੈ ਜੀ। ਹਾਲੇਲੂਇਆ ਹਾਲੇਲੂਇਆ। ਇਹ ਬੜੀ ਕਿਰਪਾ ਹੈ ਕਿ ਇਹ ਬੜੀ ਉਹਦਾ ਆਨਰ ਹੈ ਹਾਂਜੀ ਕਿ ਬਿਲਕੁਲ ਇਹ ਸਾਡੇ ਜਿਹੇ ਨਕਮਿਆਂ ਕੋਲੋਂ ਆਪਣਾ ਹਾਲੇਲੂਇਆ ਪ੍ਰੇਜ਼ ਦਾ ਨਾਮ ਸਾਰੇ ਜਲਾਲ ਮਹਿਮਾ ਉਹਦੀ ਹੈ। ਹਾਂਜੀ ਬਿਲਕੁਲ ਜੀ ਉਹੀ ਕਰਵਾ ਰਿਹਾ ਉਹਦਾ ਸ਼ੁਕਰ ਹੈ। ਹਾਲੇਲੂਇਆ ਪ੍ਰੇਜ਼ ਦਾ ਲਾਰਡ ਪ੍ਰੇਜ਼ ਦਾ ਲਾਰਡ ਜੀ। ਹਾਂਜੀ ਆਪਣਾ ਜੀ ਅਗਲਾ ਸਵਾਲ ਹੈ ਜੀ ਜੀ ਸਰ। ਪਵਿੱਤਰ ਆਤਮਾ ਦੇ ਬਾਰੇ ਹੀ ਹੈ ਔਰ ਇਹ ਗੈਰ ਭਾਸ਼ਾਵਾਂ ਦੇ ਬਾਰੇ ਹੈ। ਉਹ ਅੱਛਾ ਕਾਫੀ ਸਵਾਲ ਨੇ। ਹਾਂਜੀ ਗੁੱਡ ਕਾਫੀ ਸਵਾਲ ਗੁੱਡ ਹੈਗੇ ਆ ਗੁੱਡ। ਤੇ ਇਹ ਹੈਗਾ ਜੀ ਜਿਹੜਾ ਗੈਰ ਭਾਸ਼ਾਵਾਂ ਦੇ ਵਿੱਚ ਬੋਲਣਾ ਉਹਦੀ ਕੀ ਅਹਿਮੀਅਤ ਹੈ, ਕੀ ਇੰਪੋਰਟੈਂਸ ਹੈ, ਕੀ ਖਾਸੀਅਤ, ਕੀ ਜ਼ਰੂਰਤ, ਕਿੰਨਾ ਇਹ ਬੈਨੀਫਿਟਸ। ਕਿੰਨਾ ਜ਼ਰੂਰੀ ਹੈ ਬੋਲਣਾ। ਓਕੇ। ਹਾਂਜੀ ਪੰਜਾਬੀ ਦੇ ਵਿੱਚ ਕਿੰਨਾ ਗੈਰ ਭਾਸ਼ਾਵਾਂ ਦੇ ਵਿੱਚ ਬੋਲਣਾ ਇਹਦੇ ਫਾਇਦੇ ਕੀ ਜ਼ਰੂਰੀ, ਨੇ ਹਾਂ, ਬੈਨੀਫਿਟਸ ਫਾਇਦੇ, ਕੀ ਨੇ? ਫਾਇਦੇ। ਅੱਛਾ ਵੈਰੀ ਗੁੱਡ ਬਹੁਤ ਅੱਛਾ ਸਵਾਲ ਹੈ। ਹਾਂਜੀ ਮਹੱਤਤਾ ਦੀ ਕੀ ਹੈਗੀ ਕਿ ਕਿਉਂ ਜ਼ਰੂਰੀ ਹੈਗਾ। ਫਿਰ ਲਫ਼ਜ਼ ਬੋਲਿਓ। ਮਹੱਤਤਾ। ਮਹੱਤਤਾ। ਹਾਂਜੀ ਪ੍ਰੇਜ਼ ਦ ਲਾਰਡ ਹਾਲੇਲੂਇਆ। ਜੈ ਮਸੀਹ ਦੀ ਜੈ ਜੈ ਮਸੀਹ ਮਸੀਹ ਦੀ। ਦੀ। ਅੱਛਾ ਜੀ ਇਹਨੂੰ ਨੰਬਰ 1 ਇੰਚ ਕਰੋ ਕਿ ਇਹ ਜਿਸ ਤਰੀਕੇ ਨਾਲ ਆਲਰੇਡੀ ਡਿਸਕਸ ਹੋ ਗਿਆ ਹੈ ਕਿ ਇਹ ਸਾਡੀ ਆਪਣੀ ਅਫਜ਼ੂਨੀ ਐਡੀਫਿਕੇਸ਼ਨ ਜਾਂ ਤਰੱਕੀ ਦੇ ਲਈ ਆਪਣੀ ਯਾਨੀ ਕਿ ਰੂਹਾਨੀ ਤਰੱਕੀ ਲਈ ਵੀ ਹੁੰਦੀ ਹੈ। ਜਦੋਂ ਅਸੀਂ ਰੂਹਾਨੀ ਤੌਰ 'ਤੇ ਤਰੱਕੀ ਕਰਨਾ ਚਾਹੁੰਦੇ ਹਾਂ ਜਾਂ ਸਾਨੂੰ ਵਧਾਉਂਦੀ ਪਹਿਲਾਂ ਕਰੰਥੀਆਂ 14:4 ਇਹ ਨਾਲ ਹੀ ਪੜ੍ਹਿਓ ਹੈ ਨਾ। ਯਾਨੀ ਇਹ ਸਾਡੀ ਰੂਹ ਨੂੰ ਦੇ ਵਿੱਚ ਸਾਡੀ ਤਰੱਕੀ ਹੁੰਦੀ ਹੈ ਰੂਹਾਨੀ ਐਡੀਫਿਕੇਸ਼ਨ। ਹੁਣ ਪੰਜਾਬੀ 'ਚ ਉਹਦਾ ਦੇਖ ਲਓ ਐਡੀਫਿਕੇਸ਼ਨ ਦਾ ਕੀ ਮਤਲਬ ਕਿ ਉਹਦੀ ਅਫਜ਼ੂਨੀ ਹੋਣੀ ਚਾਹੀਦੀ ਹੈ ਜਾਂ ਤਰੱਕੀ ਹੋਈ ਤਰੱਕੀ ਮਜ਼ਬੂਤੀ ਆਪਣੇ ਵਾਧੇ ਦੇ ਲਈ। ਹਾਂ ਯਾਨੀ ਰੂਹਾਨੀ ਵਾਧੇ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਯਾਰ ਇਹ ਬੈਟਰੀ ਸਾਡੀ ਚਾਰਜ ਹੋਣੀ ਚਾਹੀਦੀ ਹੈ। ਜੇ ਸਾਡੀ ਬੈਟਰੀ ਚਾਰਜ ਹੋਏਗੀ ਤਾਂ ਫਿਰ ਹੀ ਅਸੀਂ ਦੂਸਰਿਆਂ ਨੂੰ ਯਾਨੀ ਰੂਹਾਨੀ ਤੌਰ 'ਤੇ ਅਸੀਂ ਚਾਰਜ ਹੋਣ ਲਈ ਇਹ ਬੜੋਤੀ ਲਈ ਜੋ ਵੀ ਲਫ਼ਜ਼ ਹਾਂ ਠੀਕ ਹੈ। ਹਾਂਜੀ ਪਹਿਲਾ ਕਰੰਥੀਆਂ 14:4 14:4 ਪੜ੍ਹਨਾ ਜੀ। ਇਹ ਪੜ੍ਹਨਾ ਚਾਹੀਦਾ ਹੈ ਕਿਉਂਕਿ ਇਹ ਫਾਇਦਾ ਹੋ ਗਿਆ ਨਾ ਗੈਰ ਜ਼ੁਬਾਨ ਬੋਲਣੇ ਦਾ। ਹਾਂ ਉਹ ਲਿਖਿਆ ਹੈ ਜੀ ਪਹਿਲਾ ਕਰੰਥੀਆਂ 14:4 ਦੇ ਵਿੱਚ ਲਿਖਿਆ ਹੈਗਾ ਜਿਹੜਾ ਪਰਾਈ ਬੋਲੀਆਂ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ ਜੀ ਪਰ ਜਿਹੜਾ ਅਗੰਮ ਵਾਕ ਬੋਲਦਾ ਹੈ ਉਹ ਕਲੀਸਿਆ ਨੂੰ ਲਾਭ ਕਰਦਾ ਹੈ। ਸੋ ਇਹ ਆਪਣੀ ਰੂਹਾਨੀ ਤਰੱਕੀ ਨੰਬਰ ਲਿਖਿਆ ਜਿਹੜਾ ਪਰਾਈ ਬੋਲੀਆਂ ਬੋਲਦਾ ਹੈ ਆਪ ਹੀ ਲਾਭ ਲੈਂਦਾ ਹੈ। ਉਹਦਾ ਲਾਭ ਵੀ ਹੈਗਾ ਉਹ ਆਪ ਹਾਂ ਕਿਉਂਕਿ ਉਹਦੀ ਰੂਹਾਨੀ ਤਰੱਕੀ ਲਈ ਆਪਣੀ ਵੀ ਚਾਹੀਦੀ ਹੈ ਨਾ ਰੂਹਾਨੀ ਤੌਰ 'ਤੇ ਮਜ਼ਬੂਤੀ ਚਾਹੀਦੀ ਹੈ। ਦੂਸਰਾ ਇਹ ਵੇ ਕਿ ਜਦੋਂ ਕੋਈ ਗੈਰ ਜ਼ੁਬਾਨ ਦੇ ਵਿੱਚ ਦੁਆ ਕਰਦਾ ਹੈ ਤੇ ਸਾਡੀ ਰੂਹ ਜਿਹੜੀ ਹੈ ਸਾਡੀ ਆਤਮਾ ਜਿਹੜੀ ਹੈ ਉਹ ਪਵਿੱਤਰ ਆਤਮਾ ਯਾਨੀ ਖੁਦਾ ਦੀ ਰੂਹ ਦੇ ਨਾਲ ਹੋ ਕੇ ਪਰਮੇਸ਼ਵਰ ਨਾਲ ਡਾਇਰੈਕਟ ਕਨੈਕਸ਼ਨ ਹੁੰਦਾ। ਯਾਨੀ ਕਿ ਜਦੋਂ ਅਸੀਂ ਗੈਰ ਜ਼ੁਬਾਨੀ ਦੁਆ ਕਰਨੇ ਆ ਤੇ ਪਾਕ ਰੂਹ ਸਾਡੀ ਰੂਹ ਦਾ ਡਾਇਰੈਕਟ ਕਨੈਕਸ਼ਨ ਜਿਹੜਾ ਹੈ ਉਹ ਪਰਮੇਸ਼ਵਰ ਨਾਲ ਕਰਾ ਦਿੰਦਾ ਹੈ ਕਿਉਂਕਿ ਪਰਮੇਸ਼ਵਰ ਵੀ ਆਤਮਾ ਹੈ। ਠੀਕ ਹੈ ਪਰਮੇਸ਼ਵਰ ਵੀ ਆਤਮਾ ਹੈ। ਸੋ ਪਹਿਲਾ ਕਰੰਥੀਆਂ 14:2 ਦੇਖ ਲਓ ਜਿਸ ਤਰ੍ਹਾਂ ਪਹਿਲੇ ਵੀ ਅਸੀਂ ਪੜ੍ਹ ਲਈਏ ਕਿ ਜਿਹੜੀ ਅਨਨੋਨ ਟੰਗਸ ਵਿੱਚ ਬੇਗਾਨਾ ਜ਼ੁਬਾਨਾਂ 'ਚ ਗੱਲ ਕਰਦਾ ਹੈ ਉਹ ਮਨੁੱਖਾਂ ਨਾਲ ਨਹੀਂ ਕਰਦਾ ਬਲਕਿ ਪਰਮੇਸ਼ਵਰ ਨਾਲ ਕਰਦਾ ਹੈ। ਠੀਕ ਹੈ ਸੋ ਇਹ ਇੱਕ ਇਹਦਾ ਅਸੀਂ ਦੂਸਰਾ ਪੁਆਇੰਟ ਇਹਦੇ 'ਚ ਲੈ ਲਓ। ਠੀਕ ਹੈ। ਅੱਛਾ ਇੱਕ ਪਹਿਲੇ ਦੇ ਵਿੱਚ ਮੇਰਾ ਇੱਥੇ ਕੀ ਮੇਰਾ ਅਟਕਿਆ ਹੈ ਜੀ ਜਿਹੜਾ ਲਿਖਿਆ ਆਪਾਂ ਜਿਹੜੀ ਪਹਿਲੀ ਹੈ ਨਾ ਪਹਿਲਾ ਕਰੰਥੀਆਂ 14:4 ਪੜ੍ਹਿਆ ਹੈ ਕਿ ਜਿਹੜਾ ਬੋਲਦਾ ਹੈ ਪਰਾਈਆਂ ਭਾਸ਼ਾਵਾਂ ਬੋਲਦਾ ਹੈ ਆਪਣੇ ਲਾਭ ਲਈ ਬੋਲਦਾ ਹੈ। ਹਾਂਜੀ ਤੇ ਪਰ ਜਿਹੜਾ ਬੋਲਦਾ ਹੈ ਉਹ ਚਰਚ ਨੂੰ ਵੀ ਲਾਭ ਹੁੰਦਾ ਜੋ ਬਹੁਤ ਦੂਸਰਿਆਂ ਨੂੰ ਬਹੁਤ ਲਾਭ ਹੋਰ ਵੀ ਹੋ ਸਕਦੇ ਅੱਛਾ ਤੁਸੀਂ ਅੱਗੇ ਕਵਰ ਕਰੋਗੇ। ਆਇਤ ਜਿਹੜੀ ਤੁਸੀਂ ਪੜ੍ਹੀ ਹੈ ਨਾ ਹਾਂਜੀ ਉਹਦੇ ਲਈ ਉਹਦੇ ਆਇਤ ਪੜ੍ਹ ਦਿਓ ਕਿਹੜੀ ਕੀ ਸੀ ਪਹਿਲਾ ਕਰੰਥੀਆਂ 14:4 ਹਾਂ 14:4 ਵਿੱਚ ਇਹ ਵੇ ਕਿ ਅਸੀਂ ਕੀ ਇਹਦੇ ਵਿੱਚ ਐਕਸਪਲੇਨ ਹੋਇਆ
ਕਿ ਸਾਡੀ ਰੂਹਾਨੀ ਤਰੱਕੀ ਲਈ। ਹਾਂ। ਉਹਦੀ ਵਜ੍ਹਾ ਇਹ ਹੁੰਦੀ ਹੈ ਯਹੂਦਾ ਜੂਡ ਉਹਦਾ ਇੱਕੋ ਹੀ ਚੈਪਟਰ ਹੈ 20-21 ਆਇਤ ਜਿਹੜੀ ਹੈ ਨਾ ਉਹਦੇ ਵਿੱਚ ਇਸ ਚੀਜ਼ ਦਾ ਜਵਾਬ ਮਿਲ ਸਕਦਾ ਹੈ। ਉਹ ਪੜ੍ਹ ਦਿਓ। ਓਕੇ। ਪ੍ਰੇਜ਼ ਦਾ ਲਾਰਡ। ਠੀਕ ਹੈ। ਹਾਲੇਲੂਇਆ। ਹਾਂਜੀ, ਜੂਡ 20:21 ਦੇ ਵਿੱਚ ਲਿਖਿਆ ਹੈ ਜੀ, ਹਾਂਜੀ। ਪਰ ਤੁਸੀਂ ਹੇ ਪਿਆਰਿਓ ਹਾਂ। ਆਪਣੇ ਆਪ ਨੂੰ ਆਪਣੀ ਅਤੇ ਪਵਿੱਤਰ ਨਿਸ਼ਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਹਾਂ। ਪਰਮੇਸ਼ਰ ਦੇ ਪ੍ਰੇਮ ਵਿੱਚ ਆਪਣੇ ਆਪ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਤੁਹਾਡੇ ਪ੍ਰਭੂ ਯਿਸੂ ਮਸੀਹ ਦੀ ਦਇਆ ਦੀ ਉਡੀਕ ਕਰਦੇ ਰਹੋ। ਹਾਂਜੀ। ਸੋ ਜਦੋਂ ਅਸੀਂ ਗੈਰ ਭਾਸ਼ਾ ਦੇ ਵਿੱਚ ਦੁਆ ਕਰਨੇ ਆ, ਇੱਕ ਤੇ ਸਾਡੀ ਰੂਹ ਦੀ ਤਰੱਕੀ ਹੁੰਦੀ ਹੈ, ਠੀਕ ਹੈ, ਆਪਣੀ, ਤੇ ਦੂਸਰੀ ਇਹਦੇ ਨਾਲ ਕੀ ਲਾਭ ਮਿਲਦਾ ਹੈ ਸਾਨੂੰ ਕਿ ਸਾਡੀ ਪਰਮੇਸ਼ਵਰ ਨਾਲ ਮੁਹੱਬਤ ਜਿਹੜੀ ਹੈ ਨਾ ਉਹ ਹੋਰ ਕਾਇਮ ਹੋ ਜਾਂਦੀ ਹੈ। ਬਾਈਬਲ ਦੱਸ ਰਹੀ ਹੈ ਇਸ ਲਈ, ਕਿਉਂਕਿ ਅਸੀਂ ਇਹ ਵੇ ਸਾਡੀ ਪਰਸਨਲ ਡਿਵੋਸ਼ਨਲ ਦੀ ਗੱਲ ਹੋ ਰਹੀ ਹੈ ਨਾ। ਹਾਂ, ਇਹ ਜਿਸ ਤਰ੍ਹਾਂ ਅਸੀਂ 4 ਕਿਸਮ ਦੀਆਂ ਟੰਗਸ ਜਾਂ ਕਿਸਮਾਂ ਸਨ, ਤੇ ਉਹਦੇ ਵਿੱਚ ਇਹ ਵੇ ਕਿ ਪ੍ਰੇਅਰ ਲੈਂਗੁਏਜ ਦੀ ਗੱਲ ਹੋ ਰਹੀ ਹੈ। ਜਦੋਂ ਅਸੀਂ ਕਮਰੇ 'ਚ ਹੁੰਦੇ ਹਾਂ, ਘਰ ਹੁੰਦੇ ਹਾਂ, ਸੰਗਤੀ 'ਚ ਨਹੀਂ ਹੁੰਦੇ, ਤੇ ਇਹ ਅਸੀਂ ਚਾਰਜ ਹੁੰਦੇ ਹਾਂ, ਸਾਡੀ ਰੂਹ ਦੀ ਐਡੀਫਿਕੇਸ਼ਨ ਹੁੰਦੀ ਹੈ, ਪਲੱਸ ਇਹਦੇ ਨਾਲ ਸਾਡਾ ਜ਼ਰਾ ਹੋਰ ਪਿਆਰ ਤੇ ਕਨੈਕਸ਼ਨ ਬਣਦਾ। ਇਹ ਸਾਡੇ ਲਈ ਹੈ, ਠੀਕ ਹੈ ਨਾ। ਹਾਂਜੀ, ਕਿਉਂਕਿ ਅਸੀਂ ਇਹ ਕਰਕੇ ਤੇ ਜਦੋਂ ਅਸੀਂ ਚਰਚ ਵਿੱਚ ਜਾਂਦੇ ਹਾਂ ਤੇ ਆਲਰੇਡੀ ਅਸੀਂ ਚਾਰਜ ਹੋਏ ਹੁੰਦੇ ਹਾਂ। ਫਿਰ ਉੱਥੇ ਜਿਹੜੀ ਕਲੀਸਿਆ ਦੇ ਲਈ ਪਾਕ ਨੂੰ ਕੰਮ ਕਰਾਉਣਾ ਚਾਹੁੰਦਾ ਹੈ ਉਹ ਕਰਦੇ ਹਾਂ। ਠੀਕ ਹੈ। ਠੀਕ ਹੈ। ਹਾਂਜੀ ਜੀ। ਸੋ ਇਹ ਪਹਿਲਾ ਕਰੰਥੀਆਂ 14:2 ਹਾਂਜੀ, ਤੇ ਯਹੂਦਾ ਜੂਡ 20:21 ਦੇ ਵਿੱਚ। ਹਾਂਜੀ ਹਾਂਜੀ। ਹਾਂਜੀ, ਬਹੁਤ ਚੀਜ਼ਾਂ ਨੇ, ਪਰ ਇਹ ਟੂ ਦੀ ਪੁਆਇੰਟ ਅਸੀਂ ਇਹਦੇ ਤੇ ਆ ਰਹੇ ਜੀ। ਜੀ। ਤੇ ਫਿਰ ਦੂਸਰਾ ਸੀਗਾ ਬਸ ਫਿਰ ਪਿਤਾ ਦੇ ਨਾਲ ਸਿੱਧੀ ਆਪਣੀ ਡਾਇਰੈਕਸ਼ਨ ਜੁੜ ਜਾਂਦਾ। ਹਾਂ, ਪਾਕ ਰੂ ਸਾਡੀ ਰੂਹ ਦਾ ਕਨੈਕਸ਼ਨ ਡਾਇਰੈਕਟ ਉਹਦੇ ਨਾਲ ਕਰਾ ਦਿੰਦਾ ਹੈ। ਇਹ ਚੂੰਕਿ ਲੋਕਾਂ ਨਾਲ ਨਹੀਂ ਬੋਲ ਰਹੇ, ਇਹ ਵਰਟੀਕਲ ਗੱਲ ਹੋ ਰਹੀ ਹੈ ਉਹਦੇ 'ਚ, ਠੀਕ ਹੈ। ਫਿਰ ਤੀਸਰੀ ਚੀਜ਼ ਇਹ ਵੇ ਕਿ ਜਦੋਂ ਅਸੀਂ ਗੈਰ ਜ਼ੁਬਾਨੀ 'ਚ ਬੋਲਦੇ ਹਾਂ ਨਾ, ਤੇ ਸਾਨੂੰ ਇਹ ਬੜੀ ਅਵੇਅਰਨੈਸ ਹੁੰਦੀ ਹੈ, ਜਾਣਕਾਰੀ ਹੁੰਦੀ ਹੈ ਕਿ ਪਵਿੱਤਰ ਆਤਮਾ ਸਾਡੇ ਅੰਦਰ ਵਾਸ ਕਰਦਾ ਹੈ। ਇੱਕ ਬੰਦੇ ਨੂੰ ਖੁਦ ਬੜਾ ਕੌਨਫੀਡੈਂਸ ਹੁੰਦਾ ਹੈ ਨਾ। ਪਹਿਲਾ ਕਰੰਥੀਆਂ 12:8-11 ਦੇ ਵਿੱਚ ਦੇਖੀ ਜਾਏ, ਤੇ ਬਲਕਿ 11ਵੀਂ ਆਇਤ ਤੁਸੀਂ ਜ਼ਰੂਰ ਪੜ੍ਹਦੇ ਹੋ। 12:8-11 ਹਾਂ, ਫਸਟ ਕਰੰਥੀਆਂ ਜਿੱਥੇ ਪਾਕ ਰੂਹ ਦੀਆਂ ਦਾਤਾਂ ਦੀ ਜ਼ਿਕਰ ਹੋ ਰਹੀ ਹੈ, ਤੇ 11ਵੀਂ ਆਇਤ 8-11 ਦੇ ਵਿੱਚ ਹੈ ਨਾ। ਲੇਕਿਨ 11ਵੀਂ ਆਇਤ ਪੜ੍ਹ ਦਿਓ ਕਿ ਸਾਨੂੰ ਇਹ ਬੜੀ ਇੱਕ ਕਿਸਮ ਦਾ ਕੌਨਫੀਡੈਂਸ ਹੁੰਦਾ ਜਾਂ ਅਵੇਅਰਨੈਸ ਹੁੰਦੀ ਹੈ ਕਿ ਪਵਿੱਤਰ ਆਤਮਾ ਸਾਡੇ ਅੰਦਰ ਹੈ। ਬਾਸਕਾਤ ਬੰਦਾ ਦੁਨੀਆ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ 'ਚ ਫਸਿਆ ਹੁੰਦਾ ਹੈ, ਤੇ ਇਹ ਸੋਚਦਾ ਕਿ ਪਤਾ ਨਹੀਂ ਖੁਦਾ ਮੇਰੇ ਨਾਲ ਹੈਗਾ ਕਿ ਨਹੀਂ ਹੈਗਾ। ਤੇ ਜਦੋਂ ਗੈਰ ਜ਼ੁਬਾਨ ਅਸੀਂ ਬੋਲਨੇ ਆ, ਕਿਉਂਕਿ ਗੈਰ ਜ਼ੁਬਾਨ ਅਸੀਂ ਪ੍ਰਾਣ ਜਾਂ ਸਾਡੀ ਮਾਈਂਡ ਤੋਂ ਸ਼ੁਰੂ ਤੇ ਹੁੰਦੀ ਹੈ, ਲੇਕਿਨ ਜਦੋਂ ਰੂਹ 'ਚ ਉਤਰ ਜਾਂਦੀ ਹੈ ਨਾ, ਤੇ ਫਿਰ ਸਾਨੂੰ ਇੱਕ ਅੰਦਰੋਂ ਬੜਾ ਕੌਨਫੀਡੈਂਸ ਹੁੰਦਾ, ਅਵੇਅਰਨੈਸ ਹੁੰਦੀ ਕਿ ਪਾਕ ਰੂਹ ਸਾਡੇ ਅੰਦਰ ਹੈ। ਇਹ ਸਾਡੀ ਆਪਣੀ ਤਸੱਲੀ ਦੇ ਲਈ ਹੈ ਨਾ। ਨਹੀਂ ਕਰਨੇ ਆ ਨਾ ਬਾਜ਼ਕਾਤ ਅਸੀਂ ਕਹਿੰਦੇ ਆ ਯਾਰ ਇਹ ਖੋਰੇ ਕੀ ਹੋ ਗਿਆ, ਤੇ ਇਸ ਲਈ ਖੁਦਾ ਗੱਲ ਲੰਮੀ ਹੋ ਰਹੀ ਹੈ, ਆਪਣੇ ਆਪ ਨੂੰ ਬਲੀਵਰਸ ਕੋਲੋਂ ਕੁਝ ਲੁਕੋ ਲੈਂਦਾ ਹੈ, ਵਿਡਰਾ ਹੋ ਜਾਂਦਾ ਹੈ, ਦੇਖਦਾ ਹੈ ਕਿ ਇਹਨਾਂ ਦੇ ਦਿਲ ਵਿੱਚ ਕੀ ਹੈ, ਇਸ ਲਈ ਉਹ ਵਿਡਰਾ ਹੋ ਜਾਂਦਾ ਹੈ। ਵਿਡਰਾ ਕੀ ਹੋ ਗਿਆ, ਐਂ ਲੱਗਦਾ ਯਾਰ ਖੁਦਾ ਛੱਡ ਹੀ ਗਿਆ, ਲੇਕਿਨ ਉਹ ਹੁੰਦਾ ਨਾਲ ਹੀ ਹੈ। ਇਹ ਵੰਦਾ ਹੈ ਕਿ ਇਹ ਹੁਣ ਕੀ ਸੋਚ ਰਿਹਾ। ਸੋ ਜਦੋਂ ਇਹੋ ਜਿਹੀ ਪੋਜੀਸ਼ਨਸ ਦੇ ਵਿੱਚ ਅਸੀਂ ਹੁੰਨੇ ਆ, ਯਾਰ ਕੋਈ ਹਜ਼ੂਰੀ ਨਹੀਂ ਹੋ ਰਹੀ, ਐਂ ਲੱਗ ਰਿਹਾ ਖਾਲੀ ਖਾਲੀ। ਉਦੋਂ ਜਦੋਂ ਅਸੀਂ ਟੰਗਸ ਵਿੱਚ ਪ੍ਰੇਅਰ ਕਰਨੇ ਆ, ਤੇ ਫਿਰ ਅਸੀਂ ਰੂਹ 'ਚ ਉਤਰ ਜਾਂਦੇ ਆ, ਤੇ ਸਾਨੂੰ ਇਹ ਬੜਾ ਤਸੱਲੀ ਹੁੰਦੀ ਹੈ। ਪਵਿੱਤਰ ਆਤਮਾ ਇਜ਼ ਗੋਡ, ਤੇ ਉਹ ਫਿਰ ਸਾਨੂੰ ਬੜੀ ਤਸੱਲੀ ਹੋ ਜਾਂਦੀ ਹੈ। ਉਸ ਅਟੈਕ ਤੋਂ ਬਚ ਜਾਂਦੇ ਆ ਜਿਹੜਾ
ਸ਼ੈਤਾਨ ਵੀ ਸਾਡੇ ਤੇ ਕਰ ਸਕਦਾ, ਕਿੱਥੇ ਗਿਆ ਤੇਰਾ ਰੱਬ, ਤੇਰੇ ਕੋਲ ਤੇ ਬੜਾ ਵੱਡਾ ਪਾਪ ਹੋ ਗਿਆ ਹੈ। ਹਾਂਜੀ, ਤੇ ਇਹ ਇਸ ਲਈ ਇਹ ਵੀ ਰੂਹ ਦੀ ਗੱਲ ਹੈ, ਖੁਦਾ ਰੂਹ ਹੈ। ਸੋ ਉਹ ਆਪ ਵੀ ਖੁਦਾ ਥੋੜੀ ਜਿਹੀ ਖੇਡ ਤੇ ਕਰਦਾ ਹੈ ਨਾ, ਲਿਖਿਆ ਬੜੀ ਜਗ੍ਹਾ ਫਿਰ ਉਹ ਹਵਾਲੇ ਕਿ ਖੁਦਾ ਆਪਣੇ ਆਪ ਨੂੰ ਕੁਝ ਬਲੀਵਰਸ ਤੋਂ ਵਿਡਰਾ ਹੋ ਜਾਂਦਾ ਪਾਸੇ ਤੇ ਬਲੀਵਰ ਖਾਲੀ ਪੋਣਾ ਮਹਿਸੂਸ ਕਰਦੇ ਨੇ। ਕਿਉਂਕਿ ਪਾਕ ਰੂਹ ਦੂਸਰਾ ਮਦਦਗਾਰ ਹੈ, ਬਹੁਤ ਬੋਲ ਸਕਨੇ ਆ, ਤੇ ਉਹ ਜਦੋਂ ਗੈਰ ਭਾਸ਼ਾ 'ਚ ਕਰਨੇ ਆ ਤੇ ਉਹ ਸਾਨੂੰ ਪਤਾ ਲੱਗ ਜਾਂਦਾ, ਉਹ ਪਾਕ ਰੂਹ ਅਵੇਅਰਨੈਸ ਹੈ ਕਿ ਉਹ ਹੈ, ਤੇ ਉਹ ਸਾਨੂੰ ਫਿਰ ਕਨੈਕਟ ਕਰਾ ਦਿੰਦਾ। ਕਿਉਂਕਿ ਵਰਨਾ ਅਸੀਂ ਦਿਲ ਦੇ ਵਿੱਚ ਕੀ ਹੈ, ਖੁਦਾ ਵੀ ਵੇਖਣਾ ਚਾਹੁੰਦਾ ਹੈ, ਇਸ ਲਈ ਉਹ ਵਿਡਰਾ ਹੋ ਜਾਂਦਾ ਹੈ। ਠੀਕ ਹੈ, ਠੀਕ ਹੈ ਜੀ। ਹਾਂਜੀ, ਤੇ ਫਿਰ ਇਹਦਾ ਇੱਕ ਹੈ ਕਿ ਜਦੋਂ ਚੌਥਾ, ਹਾਂਜੀ ਚੌਥਾ ਕਰ ਲਓ, ਓਕੇ, ਲਿਖਦੇ ਜਾਓ ਤੁਸੀਂ। ਫਿਰ ਇਹ ਵੇ ਕਿ ਅਸੀਂ ਬੈਨੀਫਿਟਸ ਦੇਖ ਰਹੇ ਨਾ, ਫਾਇਦੇ ਕੀ ਨੇ। ਪਾਕ ਰੂਹ ਦੇ ਵਿੱਚ ਜਦੋਂ ਦੁਆ ਕੀਤੀ ਜਾਂਦੀ ਹੈ ਗੈਰ ਭਾਸ਼ਾ ਦੇ ਵਿੱਚ, ਤੇ ਇਹ ਅਸੀਂ ਚੂੰਕਿ ਮਾਈਂਡ ਤੇ ਨਹੀਂ ਕੰਮ, ਮਾਈਂਡ ਦਾ ਤੇ ਕੰਮ ਨਹੀਂ ਹੈ, ਰੂਹ ਦੀ ਗੱਲ ਹੋ ਰਹੀ ਹੈ। ਫਿਰ ਅਸੀਂ ਸੈਲਫਿਸ਼ਨੈਸ ਕੀ ਹੁੰਦੀ ਹੈ, ਦੁਆਵਾਂ ਤੋਂ ਬਚ ਜਾਂਦੇ ਹਾਂ। ਯਾਨੀ ਕਿ ਆਮ ਤੌਰ ਤੇ ਬਲੈਸਮੀ ਵਾਲੀਆਂ ਦੁਆਵਾਂ ਕਰਨੇ ਆ, ਖੁਦਾਵੰਦ ਆ ਦੇ, ਤੇ ਜਦੋਂ ਸਾਡਾ ਮਾਈਂਡ ਦੇ ਵਿੱਚ ਤੇ ਬਹੁਤ ਹੀ ਚੀਜ਼ਾਂ ਨੇ, ਬਲੈਸਮੀ ਵਾਲੀਆਂ ਚੱਕਰ ਵਿੱਚ ਹੀ ਰਹਿੰਦੇ ਆ, ਮੈਨੂੰ ਦੇ, ਤੇ ਉਦੋਂ ਗੈਰ ਭਾਸ਼ਾ 'ਚ ਕਰਨੇ ਆ, ਸਾਡਾ ਸੋਚ ਕੰਮ ਨਹੀਂ ਕਰਦੀ। ਔਰ ਪਾਕ ਰੂਹ ਜਿਹੜਾ ਹੈ ਉਹ ਸਾਨੂੰ ਕੀ ਕਹਿ ਲਓ ਯਾਰ, ਖੁਦਗਰਜ਼ੀ ਦੀ ਦੁਆਵਾਂ ਤੋਂ ਬਚਾਉਂਦਾ ਹੈ, ਯਾਨੀ ਡਿਮਾਂਡ ਕਰਨੀ ਵਾਲੀਆਂ ਤੋਂ ਬਚਾਉਂਦਾ ਹੈ। ਬਲਕਿ ਹੋਲੀ ਸਪਿਰਿਟ ਇਸ ਵੇਲੇ ਜ਼ਰੂਰੀ ਨਹੀਂ ਸਾਡੇ ਲਈ ਕੋਈ ਗੱਲ ਕਰਦਾ ਹੈ ਜਾਂ ਸਾਨੂੰ ਕੁਝ ਮਿਲੇ, ਹੋਰਾਂ ਲੋਕਾਂ ਲਈ ਵੀ ਕੁਝ ਕੰਮ ਕਰਾ ਰਿਹਾ ਹੁੰਦਾ ਹੈ। ਇਹ ਵੀ ਇੱਕ ਬੈਨੀਫਿਟ ਹੈ ਕਿ ਮੇਨ ਮਕਸਦ ਹੈ ਕਿ ਖੁਦਗਰਜ਼ੀ ਨੂੰ ਕੀ ਕਹੋਗੇ ਯਾਰ, ਸੈਲਫਿਸ਼ਨੈਸ ਨੂੰ ਕੀ ਪੰਜਾਬੀ 'ਚ ਕਹੋਗੇ ਕਿ ਮੈਨੂੰ ਦੇ, ਕਿਉਂਕਿ ਸਾਡੇ ਜ਼ਿਹਨ 'ਚ ਹੁੰਦਾ ਮਕਾਨ ਵੀ ਹੈ, ਫਲਾਣਾ ਵੀ ਹੈ, ਉਹ ਨਵੀਂ ਗੱਡੀ ਆਈ ਹੈ, ਨਵਾਂ ਫੋਨ ਆਇਆ, ਇਹਨਾਂ ਤੋਂ ਹਟਾ ਕੇ ਉਹ ਹੋਰ ਵੀ ਉਹਨੇ ਕੰਮ ਮਤਲਬ ਚਾਹੁੰਦਾ ਹੈ ਕਿ ਸਾਨੂੰ ਅਸੀਂ ਸੈਲਫਿਸ਼ਨੈਸ ਦੀਆਂ ਦੁਆਵਾਂ ਤੋਂ ਸਾਨੂੰ ਉੱਤੇ ਲੈ ਕੇ ਜਾਂਦਾ ਬਸ। ਅੱਛਾ, ਕਿੱਥੇ ਲਿਖਿਆ ਹੈ? ਰੋਮੀਆਂ 8:26 'ਚ ਕਿ ਭਈ ਸਾਨੂੰ ਤੇ ਸਹੀ ਦੁਆ ਕਰਨੀ ਨਹੀਂ ਆਉਂਦੀ ਜੀ। ਪੜ੍ਹ ਦਿਓ। ਹਾਂਜੀ, ਸੋ ਪਵਿੱਤਰ ਆਤਮਾ ਜਿਹੜਾ ਹੈ ਨਾ, ਉਹ ਫਿਰ ਸਾਡੀ ਆਤਮਾ 'ਚ ਅਲਫਾਜ਼ ਪਾਉਂਦਾ ਹੈ ਕਿ ਅਸੀਂ ਉਹ ਗੱਲ ਕਰੀਏ ਜਿਹੜੀ ਰੱਬ ਦੀ ਮਰਜ਼ੀ ਦੇ ਮੁਤਾਬਿਕ ਹੈ, ਨਾ ਕਿ ਆਪਣੀ। ਬਿਲਕੁਲ। ਤੇ ਕਿਸੇ ਹੋਰ ਲਈ ਵੀ, ਤੇ ਜਿਸ ਤਰ੍ਹਾਂ ਤੁਸੀਂ ਕਿਹਾ ਇੰਟਰਸੈਸ਼ਨ ਕਰਾ ਰਿਹਾ ਹੁੰਦਾ ਹੈ, ਇਹ ਹੁੰਦਾ ਹੈ। ਜੀ ਹਾਂਜੀ। ਅੱਛਾ, ਇਸ ਲਈ ਕਿ ਅਸੀਂ ਉਦੋਂ ਜਦੋਂ ਗੈਰ ਜ਼ੁਬਾਨ ਵਿੱਚ ਬੋਲ ਰਹੇ ਹੁੰਦੇ ਆ, ਸੈਲਫ ਡਾਇਰੈਕਟਿਡ ਨਹੀਂ ਹੁੰਦੇ, ਯਾਨੀ ਕਿ ਟ੍ਰਾਂਸਲੇਸ਼ਨ ਅਸੀਂ ਆਪਣੇ ਆਪ ਨਹੀਂ ਚੱਲ ਰਹੇ, ਆਪਣੇ ਆਪ ਨਹੀਂ, ਆਪਣੇ ਅਸੀਂ ਸਪਿਰਿਟ ਡਾਇਰੈਕਟਡ ਹੁੰਦੇ ਆ, ਯਾਨੀ ਉਹਦੇ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਚੱਲ ਰਹੇ ਹਾਂ। ਹਾਂਜੀ ਜੀ, ਇਹ ਪੜ੍ਹ। ਹਾਂਜੀ, ਰੋਮੀਆਂ 8:26 ਰੋਮੀਆਂ 8:26 ਰੋਮੀਆਂ 8:26 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਇਸ ਤਰ੍ਹਾਂ ਆਤਮਾ ਵੀ ਤੁਹਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਇਕੱਠ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਠੀਕ ਹੈ, ਹਾਂਜੀ, ਕਿਉਂਕਿ ਅਸੀਂ ਕਈ ਵਾਰ, ਜਦੋਂ ਤੁਸੀਂ ਕਹਿੰਦੇ ਨਾ ਸੈਲਫਿਸ਼ ਪ੍ਰੇਅਰ, ਆਪਣੀ ਲਾਲਚ, ਆਪਣੀ ਦੁਨਿਆਵੀ ਚੀਜ਼ਾਂ ਦੇ ਲਈ ਜਿਹਨਾਂ ਦੇ ਆਪਾਂ ਨੂੰ ਨਹੀਂ ਪ੍ਰੇਅਰ ਉਹ ਕਰਨੀ ਚਾਹੀਦੀ, ਉਹ ਕਰਦੇ ਜਦੋਂ ਫਿਰ ਪਵਿੱਤਰ ਆਤਮਾ ਦੇ ਵਿੱਚ ਆ ਕੇ ਫਿਰ ਅਸੀਂ। ਅੱਛਾ, ਫਿਰ ਇਹਦਾ ਇੱਕ ਹੋਰ ਫਾਇਦਾ ਯਾਦ ਆ ਰਿਹਾ ਹੈ ਕਿ ਗੈਰ ਭਾਸ਼ਾ ਜਦੋਂ ਦੁਆ ਕਰਨੇ ਆ, ਪਹਿਲਾ ਕਰੰਥੀਆਂ 14:2 ਦੇ ਮੁਤਾਬਿਕ, ਤੇ ਪਾਕ ਰੂਹ ਸਾਡੀ ਆਤਮਾ ਦੇ ਨਾਲ ਹੋ ਕੇ ਪਰਮੇਸ਼ਵਰ ਦੇ ਨਾਲ ਭੇਤ ਦੀਆਂ ਗੱਲਾਂ, ਸੀਕ੍ਰੇਟ ਕਈ ਚੀਜ਼ਾਂ ਨੇ ਜਿਹੜੀਆਂ ਸਾਨੂੰ ਇਹ ਨੇ ਵਰਟੀਕਲ ਦੁਆਵਾਂ, ਲੋਕਾਂ 'ਚ ਨਹੀਂ। ਇਹ ਫਿਰ ਉਹ ਦੱਸ ਰਿਹਾ ਹੁੰਦਾ ਹੈ, ਪਲਾਨ ਦੱਸ ਰਿਹਾ ਹੁੰਦਾ ਹੈ ਕਿ ਤੁਸੀਂ ਰੂਹ ਦੇ ਵਿੱਚ, ਪਾਕ ਰੂਹ ਵਿਚੋਲਾ ਬਣ ਕੇ ਸਾਡੇ ਨਾਲ ਰਾਬਤਾ ਕਰ ਰਿਹਾ ਹੁੰਦਾ ਹੈ। ਔਰ ਭੇਤ ਦੀਆਂ, ਹੁਣ ਸੀਕ੍ਰੇਟ ਗੱਲਾਂ ਕਿਹੜੀਆਂ ਨੇ? ਦੇਖੋ, ਪਾਲੂਸ ਰਸੂਲ ਵੀ ਤੇ ਰੂਹ ਦੇ ਵਿੱਚ
ਮਤਲਬ ਕਹਿੰਦਾ ਕਿ ਮੈਂ ਪਹਿਲਾਂ ਦੂਸਰਾ ਕਰੰਤੀਆਂ 12 ਦੀ 1 ਤੋਂ 4 ਦੇ ਵਿੱਚ ਕਹਿੰਦਾ ਮੈਨੂੰ ਨਹੀਂ ਪਤਾ 14 ਵਰੇ ਹੋ ਗਏ ਨੇ ਮੈਨੂੰ ਨਹੀਂ ਪਤਾ ਰੂਹ 'ਚ ਜਾਂ ਜਿਸਮ ਵਿੱਚ ਜਿਸ ਤਰ੍ਹਾਂ ਵੀ ਮੈਂ ਉੱਥੇ ਚਲਾ ਗਿਆ ਵਿਜ਼ਨ ਹੀ ਚਲਾ ਗਿਆ ਜਾਂ ਹਨਾ ਹਾਂਜੀ ਔਰ ਉੱਥੇ ਇਹੋ ਜਿਹੀਆਂ ਗੱਲਾਂ ਸੁਣੀਆਂ ਜਿਹਦਾ ਜ਼ਿਕਰ ਨਹੀਂ ਮੈਂ ਤੁਹਾਨੂੰ ਕਰ ਸਕਦਾ। ਉਹ ਵੀ ਕੋਈ ਭੇਤ ਦੀਆਂ ਗੱਲਾਂ ਨੇ, ਰੱਬ ਨੇ ਉਹਦੇ ਤੇ ਖੋਲੀਆਂ ਹੋਣੀਆਂ ਨੇ, ਲੇਕਿਨ ਉਹਨੇ ਨਹੀਂ ਦੱਸੀਆਂ। ਸੋ ਐਨੀਵੇ ਅਸੀਂ ਕੀ ਕਹਿ ਰਹੇ ਸਾਂ ਕਿ ਪਹਿਲਾ ਕਰੰਥੀਆਂ 14 ਦੀ 2 ਦੇ ਵਿੱਚ ਭੇਤ ਸੀਕ੍ਰੇਟ ਗੱਲਾਂ ਸਾਡੇ ਲਈ ਹਾਂ ਕਿ ਇਹ ਕਰਨਾ ਤੂੰ ਉਹ ਕਰਨਾ ਹੈ ਜਿਸ ਤਰ੍ਹਾਂ। ਫਿਰ ਜਦੋਂ ਟੰਗਸ ਦੇ ਵਿੱਚ ਪ੍ਰੇਅਰ ਕਰਦੇ ਹੈਗੇ ਉਹਦਾ ਇਹ ਬੈਨੀਫਿਟ ਇੱਕ ਵੀ ਹੈਗਾ ਜਿੱਦਾਂ ਤੁਸੀਂ ਕਹਿੰਦੇ ਸੀਕ੍ਰੇਟ ਹੈ ਨਾ। ਕਈ ਇਹੋ ਜਿਹੀ ਫਿਰ ਆਪਾਂ ਭਾਸ਼ਾਵਾਂ ਕਰਦੇ ਹੈਗੇ ਉਹ ਇੰਨੀ ਸੀਕ੍ਰੇਟ ਹੈ ਕਿ ਸ਼ੈਤਾਨ ਵੀ ਨਹੀਂ ਸਮਝਦਾ, ਹਾਂਜੀ ਨਹੀਂ ਸਮਝਦਾ, ਉਹ ਫਿਰ ਉਹ ਸਿੱਧੀਆਂ ਸੀਕ੍ਰੇਟ। ਇਹਦੇ ਵਿੱਚ ਲਿਖਿਆ ਹੈ ਹਾਂ ਇਹਦੇ ਵਿੱਚ ਕਿ ਹੋਰ ਭਾਸ਼ਾਵਾਂ ਸਮਝਦਾ ਨਾ ਸ਼ੈਤਾਨ, ਇਹਦੀ ਨਹੀਂ ਸਮਝਦਾ। ਠੀਕ ਹੈ। ਇੱਕ ਹੋਰ ਇਹਦਾ ਬੈਨੀਫਿਟ ਹੈ ਜਾਂ ਫਾਇਦਾ ਵੀ ਕਿ ਗੈਰ ਜ਼ੁਬਾਨ ਜਿਹੜਾ ਬੋਲਣ ਵਾਲਾ ਹੈ ਉਹ ਖੁਦਾ ਦੇ ਵੱਡੇ ਵੱਡੇ ਕੰਮਾਂ ਦਾ ਵੀ ਜ਼ਿਕਰ ਕਰਦਾ ਹੈ ਲੋਕਾਂ 'ਚ। ਠੀਕ ਹੈ। ਇਹ ਚੇਲਿਆਂ ਦੇ ਕਰਤੱਵ 2 ਦੀ 7 ਤੋਂ 11 ਦੇ ਵਿੱਚ ਖਾਸ ਤੌਰ ਤੇ 11ਵੀਂ ਆਇਤ ਪੜ੍ਹੋ। ਜਦੋਂ ਚੇਲਿਆਂ ਨੇ ਗੈਰ ਜ਼ੁਬਾਨਾਂ 'ਚ ਗੱਲ ਕੀਤੀ ਤੇ ਉਹ ਕੀ ਉਹਨਾਂ ਨੂੰ ਦੱਸ ਰਹੇ ਸਨ, ਜਿਹੜੇ 17 ਮਮਾਲਿਕ ਕੋਲ ਜ਼ਿਆਦਾ ਮੁਲਕਾਂ ਕੰਟਰੀਜ਼ 17 ਕੰਟਰੀਜ਼ ਤੋਂ ਜ਼ਿਆਦਾ ਲੋਕ ਆਏ ਸਨ। ਉਹ ਦੇਖੋ ਕੀ ਕਰ ਰਹੇ ਸਨ। ਸੋ ਗੈਰ ਜ਼ੁਬਾਨ ਦੇ ਵਿੱਚ ਚੇਲੇ ਬੋਲ ਰਹੇ ਨੇ, ਲੇਕਿਨ ਲੋਕਾਂ ਨੂੰ ਇਹ ਹੁਣ ਹੌਰੀਜ਼ੈਂਟਲ ਹੋ ਗਈ ਹੈ ਐਂਡ ਲੋਕਾਂ ਦਾ ਹੌਰੀਜ਼ੈਂਟਲ ਵਰਟੀਕਲ ਸਾਰੇ ਪਾਸੇ ਜਾਈ ਜਾਂਦੇ ਜੀ। ਮਤਲਬ ਹੁਣ ਜਿਸ ਤਰ੍ਹਾਂ ਇੱਥੇ ਕੀ ਲਿਖਿਆ ਸਰ? ਇੱਥੇ ਲਿਖਿਆ ਹੈ ਜੀ ਚੇਲਿਆਂ ਦੇ ਕਰਤੱਵ 2 ਦੀ 17 ਤੋਂ 11 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈਗਾ। 2 ਦੀ 7 ਤੋਂ 11 7 ਤੋਂ ਜੀ 7 ਹਾਂ 7 ਤੋਂ 11 ਮੈਂ 17 ਤੋਂ 11 कहता हूँ ਲੱਗਦਾ। ਚਲੋ 7 ਟਾਈਮ ਤੇ ਬੜਾ ਹੋ ਜਾ ਰਿਹਾ। 7 ਵਿੱਚ ਇਹ ਵੇ ਕਿ ਉਹ ਕਿਹੜੇ ਕਿਹੜੇ ਮਮਾਲਿਕ ਦੇ। 11ਵੀਂ ਆਇਤ ਦੇਖੋ ਜਦੋਂ ਬੋਲ ਰਹੇ ਸਨ ਤੇ ਟੂ ਦੀ ਪੁਆਇੰਟ ਆ ਜੀ। 7 ਦੇ ਵਿੱਚ ਲਿਖਿਆ ਹੈ ਜੀ ਆਇਤ ਦੇ ਵਿੱਚ 11ਵੀਂ ਸਿੱਧੀ ਬੋਲਦੀ ਹੈ। ਓਕੇ ਉਹ ਲਿਖਿਆ ਅਤੇ ਕਰੇਨੀ ਅਤੇ ਅਰਬੀ ਹਾਂ ਉਹ ਉਹਨਾਂ ਆਪਣੀਆਂ ਆਪਣੀਆਂ ਭਾਖੀਆਂ ਵਿੱਚ ਪਰਮੇਸ਼ਰ ਦੇ ਵੱਡੇ ਵੱਡੇ ਕੰਮਾਂ ਦਾ ਵਿਖਿਆਨ ਕਰਦਿਆਂ ਸੁਣਦੇ ਹਾਂ। ਇਹ ਜਿਹੜੇ ਲੋਕ ਨੇ ਪਿੱਛੇ ਸਾਰੇ ਅਰਬੀ ਨੇ ਪਾਰਥੀ ਨੇ ਇਹ ਕੀ ਕਰ ਰਹੇ ਸਨ ਚੇਲੇ ਉਦੋਂ? ਇਹ ਉਹਨਾਂ ਦੀਆਂ ਭਾਸ਼ਾਵਾਂ ਬੋਲ ਰਹੇ ਸੀਗੇ। ਇਹਨਾਂ ਨੂੰ ਬੋਲਣੀ ਨਹੀਂ ਸੀ ਆ ਰਹੀ ਲੇਕਿਨ ਪਵਿੱਤਰ ਆਤਮਾ ਦੇ ਥਰੂ। ਇਹ ਗੈਰ ਜ਼ੁਬਾਨ ਜਾਂ ਇਹ ਵੇ ਕਿ ਇਹ ਕਿਸੇ ਨੇ ਸਿੱਖੀ ਨਹੀਂ ਨਾ ਇਹਨਾਂ ਨੇ ਸਿੱਖੀ, ਲੇਕਿਨ ਉਹਦੇ 'ਚ ਕੀ ਕਰ ਰਹੇ ਸਨ? ਪਰਮੇਸ਼ਵਰ ਦੇ ਵੱਡੇ ਵੱਡੇ ਕੰਮਾਂ ਦਾ ਬਿਆਨ ਕਰ ਰਹੇ ਸਨ। ਕੀ ਕਰ ਰਹੇ ਸਨ ਇਹ ਤਾਂ ਨਹੀਂ ਪਤਾ, ਲੇਕਿਨ ਬਿਆਨ ਹੋ ਰਿਹਾ ਸੀ। ਇਹ ਵੀ ਇੱਕ ਫਾਇਦਾ ਹੈਗਾ। ਸੋ ਤੇ ਇੱਕ ਇਹ ਵੀ ਹੈਗਾ ਹੋ ਸਕਦਾ ਜੀ ਤੁਸੀਂ ਕੁਝ ਕਹਿ ਰਹੇ ਸੀ? ਨਹੀਂ ਠੀਕ ਹੈ। ਉਸ ਤੋਂ ਫਿਰ ਅਗਲਾ ਪੁਆਇੰਟ ਦੇਖ ਲੈਂਦੇ। ਹਾਂਜੀ ਅਗਲਾ ਪੁਆਇੰਟ ਇਹ ਹੈਗਾ ਜੀ ਜਦੋਂ ਗੈਰ ਭਾਸ਼ਾਵਾਂ ਬੋਲਦੇ ਹੈਗੇ ਆ ਅਸੀਂ ਦੂਸਰੇ ਨੂੰ ਕਿਸੇ ਨੂੰ ਮਨਿਸਟਰ ਵੀ ਕਰ ਰਹੇ ਹੁੰਦੇ ਆ। ਜਿੱਦਾਂ ਸਾਡੇ ਵਰਗੇ ਨੂੰ ਚਾਈਨੀਜ਼ ਭਾਸ਼ਾ ਜਾਂ ਜਾਪਾਨੀ ਭਾਸ਼ਾ ਤਾਂ ਨਹੀਂ ਆਉਂਦੀ ਹੈਗੀ। ਕੋਈ ਚਰਚ ਦੇ ਵਿੱਚ ਆਇਆ ਹੋ ਸਕਦਾ ਕੋਈ ਲੋੜਵੰਦ ਆਪਣੀ ਮੁਸ਼ਕਿਲ ਲੈ ਕੇ ਅਸੀਂ ਤਾਂ ਗੈਰ ਭਾਸ਼ਾਵਾਂ ਬੋਲ ਰਹੇ ਅਸਲ ਦੇ ਵਿੱਚ ਉਹ ਉਹਨਾਂ ਦੀ ਭਾਸ਼ਾ 'ਚ ਅਸੀਂ ਉਹਨੂੰ ਦੱਸ ਰਹੇ ਹੋ ਸਕਦੇ ਹੈਗੇ ਪਰਮੇਸ਼ਰ ਬਿਲਕੁਲ ਉਹਦਾ ਪ੍ਰੋਬਲਮ ਦਾ ਹੱਲ ਹੈ ਨਾ। ਇਹ ਵਰਸ ਜਿਹੜੀਆਂ ਨੇ ਨਾ 7 ਤੋਂ 11 ਦੇ ਵਿੱਚ ਪਹਿਲਾ ਕਰੰਥੀਆਂ 14 ਦੀ 7 ਤੋਂ 11 ਦੇ ਵਿੱਚ ਇਹ ਅਸੀਂ ਚੂੰਕਿ ਇਹ ਨੇਸ਼ਨਸ ਦੇ ਲਈ ਨੇ, ਅਨਬਿਲੀਵਰਸ ਦੇ ਲਈ ਨੇ। ਸੋ ਪਹਿਲਾ ਕਰੰਥੀਆਂ 14 ਦੀ 22 ਆਇਤ ਵੀ ਨਾਲ ਲਿਖ ਲਓ ਕਿ ਇਹ ਅਵਿਸ਼ਵਾਸੀਆਂ ਲਈ ਵੀ ਨਿਸ਼ਾਨ ਨੇ ਕਿ ਯਾਰ ਇਹ ਤੇ ਲੈਂਗੁਏਜ ਜਾਣਦੇ ਨਹੀਂ ਫਿਰ ਵੀ ਇਹ ਕੁਝ ਸਾਨੂੰ ਬੋਲ ਰਹੇ ਨੇ। ਸੋ ਇਹ ਬਿਲਕੁਲ ਗਲਤ ਸੀ ਕਿ ਇਹ ਵੀ ਇੱਕ ਇਹਦਾ ਫਾਇਦਾ ਹੈ ਜੀ। ਬਹੁਤ ਅੱਛਾ। ਹਾਂਜੀ ਹੋਰ ਤੁਸੀਂ ਫਿਰ ਗੈਰ ਜ਼ੁਬਾਨਾਂ ਦੁਆ ਕਰਨੇ ਵਾਲਾ ਖੁਦਾ ਦੀ ਜਦੋਂ ਅਸੀਂ ਗੈਰ ਜ਼ੁਬਾਨੀ ਦੁਆ ਕਰਨੇ ਨਾ ਪਰਮੇਸ਼ਵਰ ਦੀ ਇੱਛਾ ਦੇ ਮੁਤਾਬਿਕ ਉਹਦੀ ਮਰਜ਼ੀ ਦੇ ਮੁਤਾਬਿਕ ਦੁਆ ਕਰ ਰਹੇ ਹੁੰਦੇ ਆ। ਜਿਸ ਤਰ੍ਹਾਂ ਰੋਮਨਜ਼ 8:26 27 ਆਇਤ ਪੜ੍ਹ ਦਿਓ। ਰੋਮਨ 8:27 ਹਾਂ ਇਹ ਸੋ ਗੈਰ ਜ਼ੁਬਾਨੀ ਜਦੋਂ ਦੁਆ ਕਰਨੇ ਆ ਨਾ ਅਸੀਂ ਆਪਣੇ ਵੱਲੋਂ ਨਹੀਂ ਕਰਦੇ। ਟੂ ਦੀ ਪੁਆਇੰਟ ਖੁਦਾ ਦੀ ਇਹ ਪਵਿੱਤਰ ਆਤਮਾ ਜਿਹੜਾ ਨਾ ਇਹ ਖੁਦਾ ਦੀ ਭੇਤ ਦੀਆਂ ਗੱਲਾਂ ਵੀ ਸਾਡੇ ਤੇ ਜ਼ਾਹਿਰ ਕਰਦਾ ਹੈ ਕਿ ਖੁਦਾ ਦੀ ਹੁਣ ਕੀ ਮਰਜ਼ੀ ਹੈ ਇਸ ਬਾਰੇ 'ਚ। ਸੋ ਉਹੀ ਅਲਫਾਜ਼ ਉਹਦੇ ਮੂੰਹ 'ਚ ਪਾਏਗਾ ਸਾਡੇ ਤੇ ਸਾਡੀ ਆਤਮਾ ਜਦੋਂ ਕਰੇਗੀ ਉਹ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਦੁਆ ਹੋਏਗੀ। ਕੀ ਸੀ
ਰੋਮਨਸ ਚੈਪਟਰ 8 8 ਦੀ 27। ਇਹ ਪੜ੍ਹਦੇ। ਹਾਂਜੀ, ਓਕੇ ਜੀ। ਰੋਮੀਆਂ 8 ਦੀ 27 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਅਤੇ ਹਿਰਦਿਆਂ ਦਾ ਚਾਨਣ, ਹਿਰਦਿਆਂ ਦਾ ਜਾਂਚਣ ਵਾਲਾ ਜਾਣਦਾ ਹੈ ਕਿ ਆਤਮਾ ਦੀ ਕੀ ਮਨਸ਼ਾ ਹੈ, ਕਿਉਂ ਜੋ ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਿਫਾਰਿਸ਼ ਕਰਦਾ ਹੈ। ਹਾਂਜੀ, ਠੀਕ ਹੈ ਜੀ। ਹਾਂਜੀ ਹਾਂਜੀ ਸੋ ਇਹ ਮਰਜ਼ੀ ਦੇ ਮੁਤਾਬਿਕ, ਹਾਂਜੀ ਜਿਹੜੀ ਉਹਦੀ ਮਰਜ਼ੀ ਹੈ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਸੀ ਨਾ ਲਾਰਡਸ ਪ੍ਰੇਅਰ ਵਿੱਚ ਕਿ ਜਿਵੇਂ ਇਹ ਭਈ ਤੁਸੀਂ ਇੰਜ ਦੁਆ ਕਰਿਆ ਕਰੋ, ਆਏ ਸਵਰਗੀ ਪਿਤਾ, ਤੂੰ ਜਿਹੜਾ ਆਕਾਸ਼ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਏ, ਜਿਵੇਂ ਤੇਰੀ ਮਰਜ਼ੀ ਆਕਾਸ਼ ਵਿੱਚ ਪੂਰੀ ਹੁੰਦੀ ਹੈ, ਆਸਮਾਨ ਤੇ ਪੂਰੀ, ਜ਼ਮੀਨ ਵਿੱਚ ਵੀ ਪੂਰੀ ਹੋਈ, ਮਤਲਬ ਸਵਰਗ ਵਿੱਚ ਪੂਰੀ ਹੁੰਦੀ ਹੈ, ਸਵਰਗ ਵਿੱਚ, ਹੈ ਨਾ। ਹਾਂਜੀ, ਸੋ ਸਵਰਗ ਵਿੱਚ ਪੂਰੀ ਹੁੰਦੀ ਹੈ, ਠੀਕ ਹੈ। ਤੇ ਇੰਜ, ਸੋ ਅਗਰ ਅਸੀਂ ਦੁਆ ਪਰਮੇਸ਼ਵਰ ਦੀ ਮਰਜ਼ੀ ਦੇ ਮੁਤਾਬਿਕ ਕਰੀਏ ਤੇ ਫਿਰ ਤੇ ਉੱਤਰ ਆ ਜਾਂਦੇ ਨੇ, ਜਵਾਬ ਮਿਲਦੇ। ਸੋ ਇਸ ਲਈ ਇਹ ਵੇ ਕਿ ਖੁਦਾ ਦੀ ਮਰਜ਼ੀ ਦੇ ਮੁਤਾਬਿਕ। ਅੱਛਾ, ਫਿਰ ਅੱਗੇ ਵੇ ਕਿ ਇਹ ਜਦੋਂ ਅਸੀਂ ਇਨਸਾਨ ਹੀ ਆ, ਸਾਡੇ ਤੇ ਸਟ੍ਰੈਸ ਬੜੇ ਆਉਂਦੇ ਨੇ ਇਸ ਦੁਨੀਆ 'ਚ ਰਹਿੰਦੇ। ਅਸੀਂ ਵੀ ਆਮ ਇਨਸਾਨਾਂ ਲਈ ਗੱਲ ਆ ਨਾ, ਲੇਕਿਨ ਬੜੀ ਖੂਬਸੂਰਤ ਗੱਲ ਹੈ ਕਿ ਸਾਡੇ ਕੋਲ ਦੂਸਰਾ ਮਦਦਗਾਰ ਹੈ। ਪ੍ਰਭੂ ਯਿਸੂ ਨੇ ਕਿਹਾ ਉਹ ਦੂਜੇ ਯਤੀਮ ਹੋ ਸਕਦੇ ਨੇ, ਤੁਹਾਨੂੰ ਮੈਂ ਯਤੀਮ ਨਹੀਂ ਛੱਡਾਂਗਾ। ਓਕੇ, ਸੋ ਇਹ ਜਦੋਂ ਦੁਨੀਆ 'ਚ ਅਸੀਂ ਹੁੰਦੇ ਹਾਂ, ਅਸੀਂ ਬਹੁਤ ਪ੍ਰੈਸ਼ਰ ਵਿੱਚ ਆ ਜਾਂਦੇ ਹਾਂ, ਹਰ ਕਿਸਮ ਦਾ ਫੈਮਿਲੀ ਪ੍ਰੈਸ਼ਰ ਹੈ, ਫਾਈਨੈਂਸ ਦਾ ਪ੍ਰੈਸ਼ਰ ਹੈ, ਹਰ ਕਿਸਮ ਦਾ ਵਰਕ ਲੋਡ ਹੈ, ਤੇ ਅਸੀਂ ਥੱਕ ਜਾਂਦੇ ਹਾਂ ਰੂਹਾਨੀ ਤੌਰ 'ਤੇ, ਫਿਜ਼ੀਕਲ ਤੌਰ 'ਤੇ, ਮੈਂਟਲੀ ਤੌਰ 'ਤੇ ਅਸੀਂ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੁੰਦੇ ਹਾਂ। ਲੇਕਿਨ ਜਦੋਂ ਖੁਦ ਇਹ ਜ਼ੁਬਾਨ ਬੋਲੀ ਜਾਂਦੀ ਹੈ, ਗੈਰ ਜ਼ੁਬਾਨ, ਇਹ ਸਾਡੇ 'ਚ ਰੂਹਾਨੀ ਇਮੋਸ਼ਨਲ ਤਾਜ਼ਗੀ ਲੈਂਦੀ ਹੈ, ਫਰੈਸ਼ ਕਰ ਦਿੰਦੀ ਹੈ ਸਾਨੂੰ, ਉਸ ਸਟ੍ਰੈਸ ਤੋਂ ਬਾਹਰ ਨਿਕਲ ਆਉਂਦੇ ਹਾਂ। ਸ਼ਾਇਦ ਅਸੀਂ ਬਹਿ ਬਹਿ ਕੇ ਇੰਜ ਹੋ ਜਾਂਦੇ ਹਾਂ ਨਾ, ਇਹ ਜਦੋਂ ਫਿਰ ਬਲੀਵਰ ਨੂੰ ਪਤਾ ਹੈ ਯਾਰ ਹੁਣ ਸਟ੍ਰੈਸ ਆ ਰਿਹਾ, ਉਹਦੇ ਕੋਲ ਆ ਜਾਏ, ਉਹ ਸ਼ੁਰੂ ਕਰ ਦੇਗਾ, ਹੋ ਰਖਾਬਾ ਸ਼ੀਆ ਲਰਾਮਾ ਸੰਥ ਲਾ ਰਕਬਰੀਆ ਬੀਆ ਬਾਬਾ ਬਾਬਰੀਆ, ਤੇ ਉਹ ਜ਼ੇਨ ਤੇ ਭਰਿਆ ਦਾ ਇਹਨਾਂ ਗੱਲਾਂ ਦਾ, ਉਹ ਫਿਰ ਰੂਹ 'ਚ ਜਦੋਂ ਬੋਲਨੇ ਆ ਤਾਜ਼ਗੀ ਆ ਜਾਂਦੀ ਹੈ, ਫਰੈਸ਼ਨੈਸ ਆ ਜਾਂਦੀ ਹੈ। ਉਹ ਜੇ ਬੰਦਾ ਦੇਖੋ ਨਾ ਅੰਦਰੋਂ ਰੂਹ 'ਚ ਫਰੈਸ਼ ਹੋਏਗਾ ਤੇ ਹੋਏਗਾ, ਹੈ। ਸੋ ਇਹ ਜੇ ਬੰਦਾ ਫਰੈਸ਼ ਨਹੀਂ ਨਾ, ਤੇ ਪਾਕ ਰੂਹ ਵੀ ਕਹਿੰਦਾ ਹੈ ਉਹ ਵੀ ਨਹੀਂ ਖੁਸ਼। ਇਸ ਲਈ ਪੜ੍ਹ ਦਿਓ ਜੀ, ਇਹ ਬਨੀ ਇਸਰਾਈਲ ਜਿਹੜੀ ਸੀ ਨਾ ਕੌਮ, ਇਹ ਜਦੋਂ ਖੁਦਾ ਨੇ ਦੇਖਿਆ ਕਿ ਇਹ ਤੇ ਯਾਰ ਇਹ ਬੜੇ ਇਹ ਬੜੀ ਬੁੜਬੁੜਾਣੇ ਵਾਲੀ ਕੌਮ ਹੈ, ਆਪਣੀਆਂ ਹੀ ਗੱਲਾਂ ਤੋਂ ਫਿਰ ਮੈਨੂੰ ਇਹਨਾਂ ਨੂੰ ਤਾੜਨਾ ਦੇਣੀ ਪੈਂਦੀ ਹੈ, ਯਾਨੀ ਖਿੱਚਣਾ ਪੈਂਦਾ ਹੈ, ਤੇ ਫਿਰ ਇਹ ਬੜੇ ਢਿੱਲੇ ਹੋ ਜਾਂਦੇ ਨੇ, ਤੇ ਬੜੀ ਚੁਣੀ ਕੌਮ ਹੈ। ਫਿਰ ਉਹ ਕਹਿੰਦਾ ਯਾਰ ਗੱਲ ਸੁਣੋ, ਮੈਂ ਜਸਟ ਗੋਡ, ਅਣਖ ਰੱਖਣੇ ਵਾਲਾ ਖੁਦਾ ਹਾਂ, ਹੈ ਨਾ, ਤੇ ਮੈਨੂੰ ਤੇ ਫੈਸਲਾ ਕਰਨਾ ਪੈਂਦਾ ਹੈ। ਸੋ ਇੰਜ ਕਰਿਆ ਕਰੋ, ਹਾਂ ਤੁਸੀਂ ਇਹ ਗੈਰ ਭਾਸ਼ਾ ਵੀ ਬੋਲਿਆ ਕਰੋ। ਪੁਰਾਣੇ ਨੇਮ ਦੀ ਗੱਲ ਹੈ, ਯਸਾਇਆ 28 ਉਹਦੀ 11 ਤੇ 12 ਹੈ, ਠੀਕ। ਤੇ ਜੇ ਬੋਲੋਗੇ ਨਾ ਤੇ ਤੁਹਾਡਾ ਸਟ੍ਰੈਸ ਉਤਰ ਜਾਏਗਾ, ਚਾਹੇ ਉਹ ਕੀ ਕਹਿੰਦੇ ਨੇ ਇਮੋਸ਼ਨਲ ਹੈ, ਮੈਂਟਲ ਹੈ, ਫਿਜ਼ੀਕਲ ਹੈ, ਸਪਿਰਿਚੁਅਲ ਹੈ, ਇਹ ਤਾਜ਼ਗੀ ਆਉਂਦੀ ਹੈ। ਸੋ ਇਹ ਜਦੋਂ ਵੀ ਕੋਈ ਬਲੀਵਰ ਵਹਿੰਦਾ ਨਾ ਯਾਰ ਮੈਂ ਤੇ ਹੁਣ ਕੀ ਕਰਾਂ, ਮੇਰਾ ਤੇ ਸਮਝ ਹੀ ਨਹੀਂ ਆ ਰਹੀ, ਮੈਂ ਤਾਂ ਬਹੁਤ ਹੀ ਦਬਾਅ 'ਚ, ਉਦੋਂ ਇਹ ਕਰਦਾ ਤੇ ਸਾਰੀ ਸਟ੍ਰੈਸ ਚਲੀ ਜਾਂਦੀ ਹੈ। ਮਤਲਬ ਯਸਾਇਆ ਪੜ੍ਹੀ ਦਿੰਦੇ ਹਾਂ ਜੀ, ਨਹੀਂ ਪੜ੍ਹਨੀ ਚਾਹੀਦੀ ਯਸਾਇਆ 18 ਦੀ 11 ਆਈ ਤੇ ਸਾਡੀ ਲੋੜ ਹੈ ਅੱਜ ਕੱਲ੍ਹ ਦੇ ਜ਼ਮਾਨੇ 'ਚ, ਕਿੰਨੇ ਸਟ੍ਰੈਸ ਨੇ। ਹਾਂ, ਯਸਾਇਆ, ਤੇ ਇਹ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਪਲੀਜ਼ ਤੁਸੀਂ ਵੀ ਦੱਸ ਦਿਓ, ਜੇ ਸਟ੍ਰੈਸ ਦੇ ਵਿੱਚੋਂ ਹਰ ਕਿਸਮ ਦੇ ਕ੍ਰਾਈਸਿਸ ਵਿੱਚੋਂ, ਟਰਾਇਲਸ ਵਿੱਚੋਂ, ਤੇ ਦੁਆ ਕਰੋ ਕਿ ਇਹ ਗਿਫਟ ਮਿਲ ਜਾਏ, ਇਹ ਬੋਲੋਗੇ ਤਾਜ਼ਗੀ ਆ ਜਾਏਗੀ। ਬਿਲਕੁਲ ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਪੜ੍ਹਦੇ ਯਸਾਇਆ 28 ਦੀ 11-12, ਹਾਂਜੀ, ਹਾਂਜੀ, ਇਸ ਵਿੱਚ ਲਿਖਿਆ ਹੈਗਾ,
ਉਹਨਾਂ ਤਾਂ ਥਥਲੇ ਬੁੱਲਾਂ ਅਤੇ ਓਪਰੀ ਜ਼ਬਾਨ ਦੇ ਰਾਹੀਂ ਇਸ ਪਰਜਾ ਨਾਲ ਬੋਲੇਗਾ। ਹਾਂ ਹਾਂਜੀ, ਜਿਸ ਨੂੰ ਉਸ ਆਖਿਆ ਉਹ ਆਰਾਮ ਹੈ। ਹਾਂ ਹਾਂ, ਥੱਕੇ ਮੰਦਾਂ ਨੂੰ। ਹੁੱਸੇ ਹੋਏ ਨੂੰ ਆਰਾਮ ਦਿਓ ਉਹ ਅਤੇ ਚੈਨ ਇਹ ਹੈ, ਪਰ ਉਹਨਾਂ ਨੇ ਸੁਣਨਾ ਨਾ ਚਾਹਿਆ। ਮੈਂ ਥੋੜਾ ਇੰਗਲਿਸ਼ ਵਿੱਚ ਇਹ ਹੀ ਮੈਂ ਕਹਿਣ ਲੱਗਾ ਸਾਂ, ਹਾਂਜੀ ਟ੍ਰਾਂਸਲੇਸ਼ਨ। ਹਾਂਜੀ, ਆਪਣਾ ਮੈਂ ਪੜ੍ਹਦਾ ਹਾਂ। ਮਤਲਬ ਇਹ ਥੱਕੇ ਮਾਂਦਿਆਂ ਲਈ ਆਰਾਮ, ਹਾਂ ਇਹ ਤਾਜ਼ਗੀ ਹੈ, ਫਰੈਸ਼ਨੈਸ ਹੈ। ਇਹ ਦੇਖੋ ਪੜ੍ਹ ਲਓ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਯਸਾਇਆ 28 ਦੀ 11 Isaiah chapter 28 verse 11 and 12. ਹਾਂਜੀ, Yes. ਇਹਦੇ ਵਿੱਚ ਲਿਖਿਆ ਹੈਗਾ, Hallelujah. very well then, with foreign lips and strange tongues ਹਾਂ God will speak to this people, Hallelujah. ਹਾਂਜੀ, to whom he said, ਹਾਂ this is the resting place, resting place. ਹਾਂਜੀ, let the weary rest, and this is the place of response, but they would not listen. Yeah. ਇਹ ਕਿੰਗ ਇਹ ਹੈਗੀ NIV ਹੈ। ਕਿੰਗ ਜੇਮਸ ਪੜੋ। ਫਰੈਸ਼ਨੈਸ ਲਫ਼ਜ਼ ਅਸੀਂ ਸੁਣਨਾ ਚਾਹੁੰਦੇ ਹਾਂ। ਓਕੇ ਜੀ, ਓਕੇ। ਤੁਹਾਡੇ ਕੋਲ ਟ੍ਰਾਂਸਲੇਸ਼ਨਸ ਬਹੁਤ ਨੇ, ਵੈਰੀ ਗੁੱਡ, ਅੱਛਾ ਹੈ ਇਹ ਵੀ, ਪਰ ਇਹਦੇ 'ਚ ਵੀ ਪੜ੍ਹ ਦਿਓ ਕਿਉਂਕਿ ਇਹ ਥੋੜ੍ਹਾ ਜਿਹਾ ਡਾਇਰੈਕਟ ਅਸਲੀ ਮਤਨ ਜਾਂ ਅਸਲੀ ਗ੍ਰੀਕ ਤੋਂ ਹੋਈ ਹੈ। ਹਾਂਜੀ ਸੋ ਜੀ ਇਹ ਵੀ ਇੱਕ ਬੜੀ ਵੱਡੀ ਗੱਲ ਜੇ, ਇਹ ਬਹੁਤ ਵੱਡਾ ਬੈਨੀਫਿਟ ਹੈ। ਹਾਂ, ਯਸਾਇਆ 28 ਲੋਕ ਸਟ੍ਰੈਸ ਵਿੱਚ ਪਤਾ ਨਹੀਂ ਕੀ ਦਵਾਈਆਂ ਲੈਂਦੇ ਨੇ। ਹੂੰ ਓਏ ਇਹ ਆਤਮਿਕ ਮੈਡੀਸਨ ਹੈ। ਹਾਂਜੀ, ਇਹਦੇ ਵਿੱਚ ਹੈ ਜੀ ਯਸਾਇਆ 28 ਦੀ 11-12 ਜੀ ਸਰ, ਵਿੱਚ ਜ਼ਰਾ ਉੱਚੀ ਪੜ੍ਹਨਾ, ਮੇਰੇ ਫਰੈਸ਼ਨੈਸ ਹੋ ਜਾਏ। ਓਕੇ ਜੀ। for the stammering lips and another tongue will he speak to this people, to whom he said, this is the rest wherewith you may cause the weary to rest, and this is the refreshing, yet they would not hear. ਹਾਲੇਲੂਇਆ। ਹਾਂਜੀ ਹਾਂਜੀ ਗੱਲ ਕਲੀਅਰ ਹੋ ਗਈ। ਹਾਂਜੀ ਹੁਣ ਗੱਲ ਕੀ ਹੈ, ਇੱਕ ਹੋਰ ਫਾਇਦਾ ਬੜਾ ਜੀ। ਉਹਦਾ ਫਾਇਦਾ ਇਹ ਵੇ ਕਿ ਰੋਮੀਓ 8:14 ਦੇ ਵਿੱਚ ਜਦੋਂ ਅਸੀਂ ਰੂਹ ਦੇ ਵਿੱਚ ਦੁਆ ਕਰਨੇ ਆ ਤੇ ਪਾਕ ਰੂਹ ਵਿੱਚ ਅਸੀਂ ਚੱਲਣਾ ਸਿੱਖਨੇ ਆ। ਠੀਕ ਹੈ, ਤਾਂ ਜੇ ਅਸੀਂ ਰੂਹਾਨੀ ਤੌਰ ਤੇ ਬਣੀ ਯਾਨੀ ਪਾਕ ਰੂਹ ਦੇ ਵਿੱਚ ਜਦੋਂ ਅਸੀਂ ਦੁਆ ਕਰਨੇ ਆ, ਉਹ ਇੰਝ ਹੀ ਸਾਨੂੰ ਗਾਈਡ ਕਰਦਾ ਹੈ। GPS ਨਹੀਂ ਹੁੰਦਾ, ਉਹ GPS ਦਾ ਕੰਮ। ਹੁਣ GPS ਨੂੰ ਅਸੀਂ ਜਾਣਾ ਹੈ ਤੇ ਉਹ ਅਸੀਂ ਕਹਾਂਗੇ ਜੀ ਜਾਣਾ ਹੈ, ਮਦਦ ਕਰੋ, ਉਹ ਫਿਰ ਸਾਡੀ ਹਰ ਮਸਲੇ 'ਚ ਮਦਦ ਕਰਦਾ ਹੈ। ਦੇਖੋ ਇਹ ਦੂਸਰਾ ਮਦਦਗਾਰ ਹੈ, ਪਹਿਲਾ ਯਿਸੂ ਹੈ। ਮਦਦ ਠੀਕ ਹੈ, ਪੈਰਾਕਲੀਤਸ, ਫਾਰਕਲੀਤ ਅਰਬੀ 'ਚ ਹੈ, ਯਾਨੀ ਇਹੋ ਜਿਹਾ ਮਦਦਗਾਰ। ਜਦੋਂ ਅਸੀਂ ਕਿਸੇ ਮਦਦ ਤੇ ਅਸਾਂ ਹੀ ਮੰਗਣੀ ਹੈ ਨਾ, ਇਨਸਾਨ ਜਦੋਂ ਕਹਿੰਦਾ ਪਾਕ ਰੂਹ ਖੁਦਾਵੰਦ ਮੇਰੀ ਮਦਦ ਕਰ, ਉਹ ਨਾਲ ਜੁੜੇਗਾ। ਇਹ GPS ਹੈ, ਫਿਰ ਉਸ ਕੰਮ ਵਿੱਚ ਤੁਹਾਨੂੰ ਸਿੱਧਾ ਲੈ ਜਾਏਗਾ। ਠੀਕ ਹੈ, ਸੋ ਇਹ ਵੀ ਇੱਕ ਬਹੁਤ ਹੀ ਅੱਛਾ ਹੈ। ਸੋ ਜੇ ਅਸੀਂ ਪਾਕ ਰੂਹ ਦੀ ਗਾਈਡੈਂਸ 'ਚ ਚੱਲਨੇ ਆ, ਜਦੋਂ ਅਸੀਂ ਉਹਨੂੰ ਕਹਿੰਦੇ ਆ, ਫਿਰ ਹੀ ਅਸੀਂ ਪਰਮੇਸ਼ਵਰ ਦੇ ਪੁੱਤਰ ਕਹਿਲਾਉਂਦੇ ਆ। ਰੋਮੀਓ 8:14 ਤੇ ਪੜ੍ਹੋ। ਸੋ ਸਾਨੂੰ ਇਹਦੇ ਵਿੱਚ ਇੱਕ ਇਹ ਫਾਇਦਾ ਹੈ ਕਿ ਅਸੀਂ ਆਪਣਾ ਕੰਟਰੋਲ ਪਾਕ ਨੂੰ ਦਿੰਦੇ ਆ ਜਾਂ ਕਹਿੰਦੇ ਆ ਮਦਦ ਕਰ, ਤੇ ਉਹ ਫਿਰ ਸਾਡੀ ਮਦਦ ਕਰਦਾ ਹੈ। ਠੀਕ ਹੈ, ਤੇ ਉਹ ਫਿਰ ਜਦੋਂ ਉਹਦੀ ਅਗਵਾਈ 'ਚ ਚੱਲਨੇ ਆ ਤੇ ਅਸੀਂ ਪਰਮੇਸ਼ਵਰ ਦੇ ਪੁੱਤਰ ਤਾਂ ਹੀ ਕਹਿਲਾਉਂਦੇ ਆ ਜੀ। ਇਹ ਪੜ੍ਹ ਦਿਓ। ਹਾਂਜੀ, ਰੋਮੀਆਂ 8:14 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਜਿਨ੍ਹਾਂ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਉਹੀ ਪਰਮੇਸ਼ਰ ਦੇ ਪੁੱਤਰ ਹਨ। ਸੋ ਇਹ ਗੈਰ ਜ਼ੁਬਾਨ ਅਸੀਂ ਪੂਰੇ ਤੌਰ ਤੇ ਅਲਾਓ ਕਰ ਦਿੰਦੇ ਹਾਂ ਕਿ ਪਾਕ ਰੂਹ ਖੁਦਾਵੰਦ ਤੂੰ ਜੇ ਤੂੰ ਚਾਹੁੰਦਾ ਹੁਣ ਸਾਨੂੰ ਲੈ ਚੱਲ, ਤੇ ਉਹ GPS ਹੈ ਨਾ, ਉਹ ਤਾਂ ਫਿਰ ਸਹੀ ਖੜੇਗਾ। ਤੇ ਨਾਲੇ ਇਹ
ਇਹ ਖੁਦਾ ਵੇ, ਹੂੰ ਇਹ ਖੁਦਾ ਦੀਆਂ ਭੇਤ ਦੀਆਂ ਗੱਲਾਂ ਜਾਣਦਾ, ਇਹ ਡਾਈਵਰ ਹੈ, ਜਿਸ ਤਰ੍ਹਾਂ ਨਹੀਂ ਗੋਤਾਜ਼ਨ ਹੁੰਦੇ। ਯਾ ਸੋ ਸਾਡੇ ਕੋਲ ਤੇ ਇੱਕ ਮਦਦਗਾਰ ਇੱਥੇ ਵੇ ਜਿਹੜਾ ਹਰ ਬਲੀਵਰ ਦੇ ਅੰਦਰ ਹੈ। ਇੱਕ ਪਿਤਾ ਦੇ ਸੱਜੇ ਹੱਥ ਬੈਠਾ ਹੈ, ਬਿਲਕੁਲ। ਉਹਨੂੰ ਕੀ ਕਹਿੰਦੇ ਉਹ ਐਡਵੋਕੇਟ। ਹਾਂਜੀ ਐਡਵੋਕੇਟ, ਹਾਂਜੀ। ਯਾਨੀ ਕਿ ਅਸੀਂ ਕੋਈ ਕੇਸ ਨਹੀਂ ਹਾਰ ਸਕਦੇ। ਸਾਡਾ ਕੋਈ ਮਸਲਾ ਹੈ, ਪਾਕ ਰੂਹ ਖੁਦਾਵੰਦ ਦੇ ਉਹ ਉੱਤੇ ਇਹ ਦੂਸਰਾ ਮਦਦਗਾਰ ਹੈ, ਇਹ ਸਾਡਾ ਮਾਮਲਾ ਯਿਸੂ ਤੱਕ ਪਹੁੰਚਾਉਂਦਾ ਹੈ, ਯਿਸੂ ਪਿਤਾ ਦੇ ਸੱਜੇ ਹੱਥ ਬੈਠਾ ਹੈ। ਸੋ ਅਸੀਂ ਤੇ ਹਰ ਪਾਸੋਂ ਉਹਨੇ ਘੇਰਿਆ ਹੈ। ਠੀਕ ਹੈ। ਸੋ ਸਵਾਲ ਕੀ ਸੀ ਕਿ ਗੈਰ ਭਾਸ਼ਾ 'ਚ ਹਾਂ ਤੇ ਆਪਣਾ ਬੋਲਣ ਦੇ ਕੀ ਫਾਇਦੇ ਹੈਗੇ ਆ, ਕਿੰਨਾ ਜ਼ਰੂਰੀ ਹੈਗਾ। ਹਾਂ ਤੇ ਜਦੋਂ ਬੰਦਾ ਪਰੇਸ਼ਾਨ ਹੁੰਦਾ ਹੈ ਤੇ ਉਹਨੂੰ ਸਮਝ ਨਹੀਂ ਆਉਂਦੀ, ਯਾਰ ਮੈਂ ਕੀ ਦੁਆ ਕਰਾਂ, ਮੇਰਾ ਤਾਂ ਦਿਮਾਗ ਹੀ ਨਹੀਂ ਕੰਮ ਕਰ ਰਿਹਾ। ਇਸ ਲਈ ਇਹ ਗਿਫਟ ਦਿੱਤਾ ਗਿਆ ਬਲੀਵਰਸ ਨੂੰ ਕਿ ਤੁਸੀਂ ਗੈਰ ਭਾਸ਼ਾ 'ਚ ਕਰ ਦਿਓ। ਉਹੀ ਰੋਮੀਓ 8:26 ਸਾਨੂੰ ਤੇ ਦੁਆ ਕਰਨੀ ਨਹੀਂ ਆਉਂਦੀ ਹੈ ਨਾ, ਯਾਨੀ ਫਿਰ ਗੈਰ ਭਾਸ਼ਾ 'ਚ ਹੀ ਸਟਾਰਟ ਹੋ ਜਾਓ ਤੇ ਉਹ ਸਾਡਾ ਟਾਈਮ ਵੀ ਬਚ ਜਾਂਦਾ ਹੈ ਤੇ ਅਸੀਂ ਬਹੁਤ ਸਾਰੀ ਪਰੇਸ਼ਾਨੀਆਂ ਤੋਂ ਬਚ ਸਕਦੇ ਹਾਂ। ਬਾਕੀ ਜੀ ਇਹ ਵੀ ਇੱਕ ਆਪਾਂ ਇੱਕ ਹੋਰ ਆਪਾਂ ਮੇਰੇ ਖਿਆਲ ਤੁਸੀਂ ਦੱਸਿਆ ਨਹੀਂ ਹੈਗਾ ਜਾਂ ਦੱਸਿਆ ਵੀ ਹੋਏਗਾ ਜੀ ਜੀ, ਵੀ ਜਦੋਂ ਆਪਾਂ ਗੈਰ ਭਾਸ਼ਾ ਦੇ ਵਿੱਚ ਪ੍ਰੇ ਕਰਦੇ ਹੈਗੇ ਆ, ਅਸੀਂ ਜੋ ਪਰਮੇਸ਼ਰ ਦੀ ਸਿੱਧੀ ਵਰਸ਼ਿਪ, ਉਸ ਦੀ ਵਡਿਆਈ ਕਰਦੇ ਹੈਗੇ ਆ, ਜਿਸ ਤਰ੍ਹਾਂ ਆਪਾਂ ਨੂੰ ਸੱਚੀ ਕਰਨੀ ਚਾਹੀਦੀ ਹੈਗੀ ਆ ਔਰ ਰੂਹ ਦੇ ਵਿੱਚ ਕਰਦੇ ਹੈਗੇ ਹੈ ਨਾ। ਹਾਂਜੀ, ਕਿਉਂਕਿ ਪਰਮੇਸ਼ਰ ਵੀ ਚਾਹੁੰਦਾ ਹੈਗਾ, ਉਹ ਵੀ ਲੱਭਦਾ ਹੈਗਾ ਉਹੋ ਜਿਹੇ ਵਰਸ਼ਿਪਰ ਜਿਹੜੇ ਰੂਹ ਦੇ ਵਿੱਚ ਦੁਆਵਾਂ ਕਰਨ, ਰੂਹ ਤੇ ਸੱਚਾਈ ਦੇ ਵਿੱਚ ਉਹਦੀ ਵਰਸ਼ਿਪ। ਯਹੋਨਾ ਸੰਤ ਯਹੋਨਾ 4 ਦੀ 23-24 ਆਇਤ ਵਿੱਚ ਕਿ ਪਰਮੇਸ਼ਵਰ ਖੁਦ ਢੂੰਡਦਾ ਫਿਰ ਰਿਹਾ ਹੈ ਐਸੇ ਵਰਸ਼ਿਪਰ, ਐਸੇ ਪਰਸਤਾਰ ਜਿਹੜੇ ਰੂਹ ਤੇ ਸੱਚਾਈ ਨਾਲ, ਰੂਹ ਮਤਲਬ ਹੈ ਆਤਮਾ 'ਚ ਤੇ ਸੱਚਾਈ ਨਾਲ, ਸੱਚ ਬਿਲਕੁਲ ਉਹਦੇ ਨਾਲ ਕਰਨ। ਤੇ ਜਦੋਂ ਬੰਦਾ ਇੰਜ ਕਰਦਾ ਨਾ ਸਫਨੀਆਂ, ਠੀਕ ਹੈ, ਹਾਂਜੀ 3:17 ਜ਼ਫਨਾਇਆ 3:17 'ਚ ਇਹ ਫਿਰ ਉਹ ਲੈਵਲ ਬਣ ਜਾਂਦਾ ਹੈ। ਇਹ ਬੜੀ ਗੌਰ ਨਾਲ ਇੱਕ ਬੜੀ ਖਾਸ ਗੱਲ ਹੈ। ਜਿਹੜੇ ਫਿਰ ਪਾਕ ਰੂਹ ਦੀ ਅਗਵਾਈ ਵਿੱਚ ਦੁਆ ਕਰਦੇ ਨੇ, ਉਹ ਫਿਰ ਸਾਨੂੰ ਰੂਹ ਤੇ ਸੱਚਾਈ ਨਾਲ ਜਦੋਂ ਕਰ ਰਹੇ ਹੁੰਦੇ ਆ ਨਾ, ਪਰਮੇਸ਼ਵਰ ਆਪ ਬਲੀਵਰਸ ਲਈ ਆਨੰਦ ਮਾਰਦਾ ਹੈ। ਪੜ੍ਹ ਲਓ। ਕਿਹੜਾ ਤੁਸੀਂ ਇੰਗਲਿਸ਼ ਦੱਸੋ ਜੀ, ਕਿਹੜੀ ਬੁੱਕ ਸੀ ਉਹ? ਜ਼ਫਨਾਇਆ, ਸਫਨੀਆ, ਜ਼ਫਨਾਇਆ 3:17 ਓਲਡ ਟੈਸਟਮੈਂਟ ਹੈ ਨੀ। ਮੇਨ ਤੇ ਚਲੇ ਜਾਓ, ਉੱਥੋਂ ਦੇਖ ਲਓ। ਹਾਂਜੀ, ਹਾਲੇਲੂਇਆ 3:17। ਓਕੇ ਜੀ ਜੀ, ਓਕੇ ਹਾਂ ਜ਼ਫਨਾ ਓਕੇ, ਹਾਂਜੀ ਜ਼ਫਨਾ, ਹਾਂਜੀ ਉਸ ਜੈਡ ਨਾਲ, ਹਾਂਜੀ ਮੈਂ ਜੇ ਨਾਲ ਲਿਖ ਬੈਠਾ ਸੀਗਾ ਤਾਂ ਹੀ ਮੈਨੂੰ, ਹਾਂਜੀ ਠੀਕ ਹੈ 3:17, ਹਾਂਜੀ ਅੱਛਾ, ਹਾਂਜੀ ਠੀਕ ਹੈ ਜੀ। ਇਹ ਹੈ ਜੀ ਸਰ 3:17 ਦੇ ਵਿੱਚ, ਯਾਨੀ ਇਹ ਲੈਵਲ ਬਣਦਾ ਹੈ ਜਦੋਂ ਬੰਦਾ ਪਾਕ ਰੂਹ ਦੀ ਅਗਵਾਈ ਦੇ ਵਿੱਚ ਰੂਹ ਤੇ ਸੱਚਾਈ ਨਾਲ ਉਹਦੀ ਆਰਾਧਨਾ ਕਰਦਾ ਹੈ, ਕਿਉਂਕਿ ਖੁਦਾ ਰੂਹ ਹੈ, ਉੱਥੇ ਲਿਖਿਆ ਹੈ, ਔਰ ਜ਼ਰੂਰ ਹੈ ਉਹਦੇ ਵਰਸ਼ਿਪਰ ਰੂਹ ਤੇ ਸੱਚਾਈ ਨਾਲ, ਜਿਸ ਤਰ੍ਹਾਂ ਸੰਗਲ ਹੈ। ਤੇ ਫਿਰ ਉਹਦਾ ਰਿਵਾਰਡ ਖੁਦਾ ਕੀ ਹੈ, ਉਹਨਾਂ ਲੋਕਾਂ ਲਈ ਖੁਦਾ ਖੁਦ ਗਾਉਂਦਾ, ਹਾਲਾਂ ਉਹਨੂੰ ਲੋੜ ਨਹੀਂ ਹੈ। ਇੱਥੇ ਵੀ ਜਿਹੜਾ ਜੌਨ ਚੈਪਟਰ 4 ਸੰਤ ਯਹੋਨਾ 4:23-24 ਆਇਤ ਵਿੱਚ ਕਿ ਖੁਦਾ ਖੁਦ ਆਪਣੇ ਲਈ ਇਹੋ ਜਿਹੇ ਪਰਸਤਾਰ ਵਰਸ਼ਿਪਰ ਢੂੰਡਦਾ ਹੈ। ਉਹਨੂੰ ਕੀ ਲੋੜ ਹੈ ਢੂੰਡਣ ਦੀ, ਕਿਉਂਕਿ ਉਹਨੇ ਸਾਨੂੰ ਯਸਾਇਆ 43:21, ਅਜ਼ਾਇਆ ਚੈਪਟਰ 43:21 ਦੇ ਮੁਤਾਬਿਕ ਸਾਨੂੰ ਇਸੇ ਲਈ ਪੈਦਾ ਕੀਤਾ ਹੈ ਕਿ ਅਸੀਂ ਵਰਸ਼ਿਪ ਕਰੀਏ ਉਹਦੀ। ਠੀਕ ਹੈ, ਬਿਲਕੁਲ। ਉਹ ਵਰਸ਼ਿਪ ਕਰਨ ਲਈ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਕਈ ਕਹਿੰਦੇ ਨੇ ਜੀ ਖੁਦਾ ਨੂੰ ਲੋੜ ਹੀ ਨਹੀਂ ਇਨਸਾਨ ਦੀ। ਬਈ ਫਰਿਸ਼ਤੇ ਵੀ ਉਹਦੀ ਵਰਸ਼ਿਪ ਕਰਦੇ ਨੇ। ਜ਼ਬੂਰ
ਸਾਮਸ 148 ਦੇ ਵਿੱਚ ਜਿੰਨੀ ਉਹਦੀ ਰਚਨਾ ਹੈ, ਯਾਨੀ 148 ਜ਼ਬੂਰ ਵਿੱਚ ਫਰਿਸ਼ਤੇ, ਚਰਿੰਦ, ਪਰਿੰਦ, ਦਰਿੰਦ, ਇਨਸਾਨ ਸਾਰੇ ਹੀ ਉਹਦੀ ਪ੍ਰਸਤਿਸ਼ ਕਰਦੇ ਨੇ। ਠੀਕ ਹੈ, ਇਹ ਤੇ ਇਹ ਹੈ, ਇੱਕ ਹੁਕਮ ਹੈ ਔਰ ਉਹ ਕਰਦੇ ਨੇ। ਲੇਕਿਨ ਇਨਸਾਨ ਦੇ ਬਣਨ ਤੋਂ ਪਹਿਲੇ ਤੇ ਫਰਿਸ਼ਤੇ ਹੀ ਕਰਦੇ ਸਨ। ਠੀਕ ਹੈ, ਔਰ ਚੂੰਕਿ ਜਦੋਂ ਫਰਿਸ਼ਤੇ ਉਹਦੀ ਵਰਸ਼ਿਪ ਕਰਦੇ ਨਾ, ਉਹਨਾਂ ਦੇ ਅਥਰੂ ਨਹੀਂ ਡਿੱਗਦੇ। ਇਨਸਾਨ ਨੂੰ ਇਸ ਲਈ ਬਣਾਇਆ ਗਿਆ, ਜਦੋਂ ਵਰਸ਼ਿਪ ਕਰਦਾ ਹੈ ਉਹਦੇ ਅਥਰੂ ਉਹ ਪਿਆਲਿਆਂ ਵਿੱਚ ਇਕੱਠੇ ਹੋ ਕੇ ਪਰਮੇਸ਼ਵਰ ਦੇ ਆਲਟਰ ਉੱਤੇ ਡੋਲੇ ਜਾਂਦੇ ਨੇ। ਟਾਈਮ ਤੇ ਹੋ ਰਿਹਾ ਹੈ ਹੁਣ ਜੀ। ਇਹ ਵਰਸ ਪੜ੍ਹ ਦਿਓ ਕਿ 17 ਪੜ੍ਹਦੀ ਹੈ ਜੀ। ਉਹ 'ਚ ਲਿਖਿਆ, ਯਹੋਵਾ ਤੇਰਾ ਪਰਮੇਸ਼ਰ ਤੇਰੇ ਵਿੱਚ ਹੈ। ਯਹੋਵਾ ਤੇਰਾ ਪਰਮੇਸ਼ਵਰ ਤੇਰੇ ਵਿੱਚ ਹੈ। ਉਹ ਸਮਰਥੀ ਬਚਾਉਣ ਵਾਲਾ ਹੈ। ਹਾਂ, ਸਮਰਥੀ ਬਚਾਉਣ ਵਾਲਾ ਹੈ। ਉਹ ਆਨੰਦ ਨਾਲ ਤੇਰੀ ਖੁਸ਼ੀ ਕਰੇਗਾ। ਉਹ ਆਨੰਦ ਨਾਲ ਤੇਰੀ ਖੁਸ਼ੀ ਦੇ ਨਾਲ ਗਾਏਗਾ। ਹਾਂ, ਤੇਰੇ ਉੱਤੇ ਖੁਸ਼ੀ ਕਰੇਗਾ। ਉਹ ਆਪਣਾ ਪ੍ਰੇਮ ਤਾਜ਼ਾ ਕਰੇਗਾ। ਉਹ ਤੇਰੇ ਕਾਰਨ ਜਕਾਰਿਆਂ ਨਾਲ ਨਿਹਾਲ ਹੋਵੇਗਾ। ਉਹ ਜਕਾਰੇ ਮਾਰਦਾ ਹੈ ਸਾਡੇ ਲਈ। ਹਾਏ ਹਾਏ ਹਾਏ, ਜਿਹੜੇ ਰੂਹ ਦੇ ਬਹੁਤ ਹੀ ਬੈਨੀਫਿਟਸ ਨੇ। ਹਾਂ, ਬਹੁਤ ਹੈ ਜੀ, ਬਹੁਤ। ਇਹ ਤੇ ਇਸ ਤੋਂ ਵੱਡਾ ਬੈਨੀਫਿਟ ਹੈ ਹੀ ਨਹੀਂ। ਬਿਲਕੁਲ ਬਿਲਕੁਲ ਜੀ। ਟਾਈਮ ਬਹੁਤ ਹੋ ਗਿਆ ਜੀ, ਆਪਾਂ ਫਿਨਿਸ਼ ਕਰੀਏ ਜੀ। ਤੇ ਹੋਰ ਵੀ ਬਹੁਤ ਸਾਰੇ ਬੈਨੀਫਿਟ ਹਾਂਜੀ ਆਪਾਂ ਜਿਹੜੇ ਆਪਾਂ ਹੋ ਸਕਦੇ ਆ, ਆਪਾਂ ਨਹੀਂ ਕਵਰ ਕੀਤੇ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ। ਜੋ ਵੀ ਪੜ੍ਹਿਆ, ਸੁਣਿਆ, ਸਿੱਖਿਆ, ਸਮਝਿਆ ਪਵਿੱਤਰ ਆਤਮਾ ਦੁਆਰਾ, ਉਹ ਸਭ ਸਾਡੇ ਅੰਦਰ ਵਸੇ ਔਰ ਇਸ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ। ਪਰਮੇਸ਼ਰ ਪਿਤਾ, ਅਸੀਂ ਵੀ ਪਰਮੇਸ਼ਰ ਪਿਤਾ ਰੂਹ ਤੇ ਪਰਮੇਸ਼ਰ ਪਿਤਾ ਸੱਚਾਈ ਦੇ ਨਾਲ ਸਾਰੇ ਮਸੀਹੀ ਵਰਸ਼ਿਪ ਕਰੀਏ ਆਪ ਦੀ ਪਰਮੇਸ਼ਰ ਪਿਤਾ। ਔਰ ਇਹ ਭੁੱਖ ਪਿਆਸ ਤੇ ਇੱਕ ਮਸੀਹੀ ਨੂੰ ਪਰਮੇਸ਼ਰ ਪਿਤਾ, ਔਰ ਆਪ ਜੀ ਦੀ ਮਰਜ਼ੀ, ਆਪ ਦੀ ਸ਼ਾਂਤੀ ਹਰ ਇੱਕ ਲਈ ਮੰਗਦੇ ਹਾਂ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ।